जय गुरुदेव। वेलकम अगैन। आज के प्रोग्राम जो श्री गुरु रविदास मिशन इंटरनेशनल ਤੁਹਾਡੇ ਕੋਲ ਲੈ ਕੇ ਆ ਰਿਹਾ ਤਾਂ जो सिर्फ प्रोग्राम है सिर्फ कि सिर्फ गुरु रविदास जी ते गुरु रविदास जी की बाणी ते एंड गुरु रविदास के जो फॉलोअर्स है उन्होंने बारे अज साढ़े कोल आए हैं मिस्टर राम प्रकाश सिंह जो रिटायर्ड असिस्टेंट डायरेक्टर ऑफ इंडस्ट्री सी in India, also MA LLB and ਤੁਸੀਂ ਪਹਿਲੇ ਵੀ ਉਹਨਾਂ ਨੂੰ ਮਿਲ ਚੁੱਕੇ ਆ ਉਹਨਾਂ ਦੀ ਉਮਰ ਵੀ 82 ਇਅਰਸ ਆ ਤਾਂ ਸਾਡੇ ਸਿਆਣੇ ਆ ਉਹਨਾਂ ਕੋਲ ਕਾਫੀ ਨੌਲੇਜ ਹੈ ਜੋ ਸਾਨੂੰ ਅੱਜ ਦੱਸੋਗੇ। ਉਹਨਾਂ ਦੇ ਨਾਲ ਸਾਡੇ ਨਾਲ ਬੈਠੇ ਆ ਗਗਨਦੀਪ ਨਾਲ ਜੋ ਫ੍ਰੀਲਾਂਸ ਜਰਨਲਿਸਟ ਹੈ ਐਂਡ ਇੰਡੀਆ ਤੋਂ ਵੀ ਆ ਸਟੱਡੀ ਕੀਤੀ ਆ ਔਰ ਇੱਥੇ ਕੰਮ ਵੀ ਕੀਤਾ ਜਰਨਲਿਜ਼ਮ ਦਾ। तो पहले असी शुरू करते हैं कि अंकल जी राम प्रकाश सिंह को जो पिछली बारी गल्लां होईयां सीगियां पहले जो आए सी उन्होंने कुछ क्या सीगा उन्होंने कंटिन्यू रखन नूं कि तुसीं थोड़ा दसो कि तुहाडी हिस्टरी दे विच ते तुहाडी जो गुरु रविदास के बारे की अंडरस्टैंडिंग है प्लीज अंकल जी। प्रोग्राम शुरू होने तो पहले मैं सारे व्यूअर्स ਜਿਹੜੇ ਟੀਵੀ ਦੇਖ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਜੈ ਗੁਰੂਦੇਵ ਅਰਜ ਕਰਦਾ। ਮੈਂ ਖੜੇ ਹੋ ਕੇ ਜੈ ਗੁਰੂਦੇਵ ਤੁਹਾਡੇ ਚਰਨਾਂ 'ਚ ਅਰਜ ਕਰਨੀ ਸੀ ਪਰ ਟੀਵੀ ਵਾਲਿਆਂ ਨੇ ਕੁਝ ਤਾਰਾਂ ਤੂਰਾਂ ਇਸ ਤਰ੍ਹਾਂ ਦੀਆਂ ਬੰਨੀਆਂ ਜਿਹਦੇ ਨਾਲ ਖੜੇ ਹੋਣਾ ਨਹੀਂ, ਸੋ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਜੈ ਗੁਰੂਦੇਵ ਅਰਜ ਕਰਦਾ। ਔਰ ਇਸ ਵਾਸਤੇ ਟੈਲੀਵੀ ਜਿਹੜੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਇਹਨਾਂ ਦਾ ਵੀ ਧੰਨਵਾਦ ਕਰਦਾ। ਸੋ ਪਿਛਲੀ ਦਫਾ ਦੇ ਪ੍ਰੋਗਰਾਮ 'ਚ ਜਿੱਥੇ ਕੋਈ ਗੱਲ ਛੱਡੀ ਸੀ ਅਸੀਂ ਉਹ ਵਰਨ ਵਿਵਸਥਾ ਜਿਹੜੀ ਸੀ ਸਾਡੇ ਦੇਸ਼ ਦੀ ਉਹਦੇ ਬਾਰੇ ਜ਼ਿਕਰ ਕਰ ਰਹੇ ਸੀਗੇ ਕਿ ਇਹ ਵਰਨ ਵਿਵਸਥਾ ਜਿਹੜੀ ਮਨੂ ਸਮ੍ਰਿਤੀ ਦੇ ਵਿੱਚ 4 ਵਰਗ ਵੰਡੇ ਤੇ ਉਹਨਾਂ ਦੇ ਜ਼ਿੰਮੇ ਜੁਦੀਆਂ ਡਿਊਟੀਆਂ ਲਾਈਆਂ। ਇਹ ਮੇਰਾ ਖਿਆਲ ਹੈ ਕਿ ਸ਼ਾਇਦ ਜਿਸ ਨੇ ਵੀ ਇਹ ਬਣਾਈ ਸੀ ਮਨੂ ਜੀ ਨੇ ਬਣਾਈ ਜਾਂ ਹੋਰ ਕਿਸੇ ਨੇ ਵੀ ਬਣਾਈ ਉਹਦੇ ਵਿੱਚ ਇੰਨੀ ਉਹਨਾਂ ਦੀ ਇੰਟੈਂਸ਼ਨ ਨਹੀਂ ਸੀ ਕਿ ਜਿੰਨੀ ਵਾਟਰ ਟਾਈਟ ਕੰਪਾਰਟਮੈਂਟ ਬਾਅਦ 'ਚ ਸਖਤ ਕਰ ਦਿੱਤੀ ਗਈ। ਉਹਨਾਂ ਨੇ ਹੋ ਸਕਦਾ ਕਿ ਡਿਊਟੀਜ਼ ਜੁਦੀਆਂ ਚੰਗੇ ਢੰਗ ਨਾਲ ਪਰਫਾਰਮ ਕਰਨ ਵਾਸਤੇ ਵਿਵਸਥਾ ਬਣਾਈ ਹੋਵੇ ਲੇਕਿਨ ਬਾਅਦ 'ਚ ਇਹ ਜਿਹੜੀ ਵਿਵਸਥਾ ਸੀ ਇੱਕ ਨਫ਼ਰਤ ਦਾ ਕਾਰਨ ਬਣ ਗਈ। ਇੰਨੀ ਸਖਤੀ ਨਾਲ ਇੰਪਲੀਮੈਂਟ ਕੀਤੀ ਤੇ ਆਹਿਸਤਾ ਆਹਿਸਤਾ ਇਹਦੀ ਜਿਹੜੀ ਸਖਤੀ ਸੀ ਇਹ ਸਾਰੇ ਸਮਾਜ ਤੇ ਸਮਾਰੇ ਵਰਗ ਤੇ ਸਮਾਰੇ ਦੇਸ਼ ਤੇ ਸਾਰੇ ਤੇ ਇਸ ਦਾ ਅਸਰ ਹੋਇਆ ਔਰ ਉਹ ਇਹ ਆਪਾਂ ਸਾਰਿਆਂ ਨੇ ਭੁਗਤਿਆ ਔਰ ਇਹ ਸਾਰੀਆਂ ਚੀਜ਼ਾਂ ਨੂੰ ਅਨੁਭਵ ਕਰਦਿਆਂ ਹੋਇਆਂ ਇਸ ਦੇਸ਼ ਦੀ ਜਿਹੜੀ ਇਸ ਦੇ ਵਿੱਚ ਮਾਡੀਫਿਕੇਸ਼ਨ ਜਾਂ ਇਸ ਦੇ ਵਿੱਚ ਤਬਦੀਲੀ ਕਰਨੀ ਸੀ ਉਹ ਇਸੇ ਹੀ ਸਮਾਜ ਦੇ ਇੱਕ ਮਹਾਂਪੁਰਸ਼ ਨੂੰ ਡਾਕਟਰ ਅੰਬੇਦਕਰ ਸਾਹਿਬ ਨੂੰ ਸੌਂਪੀ ਗਈ। ਮੈਂ ਉਦੋਂ ਵੀ ਅਰਜ਼ ਕੀਤਾ ਸੀ ਕਿ ਡਾਕਟਰ ਅੰਬੇਦਕਰ ਸਾਹਿਬ ਨੂੰ ਇਹ ਡਿਊਟੀ ਦੇ ਕੇ ਕੋਈ ਆਸਾਨ ਨਹੀਂ ਸੀ ਕੀਤਾ ਬਲਕਿ ਇਹਨਾਂ ਨੇ ਸਾਰੇ ਦੁਨੀਆ ਦੇ ਸਾਰੇ ਮੁਲਕਾਂ 'ਚੋਂ ਟਰਾਈ ਕੀਤਾ ਕਿ ਸਾਨੂੰ ਐਸਾ ਵਿਦਵਾਨ ਦਿਓ ਜਿਹੜਾ ਸਾਡਾ ਵਿਧਾਨ ਬਣਾ ਸਕੇ ਤੇ ਉਹ ਇੰਗਲੈਂਡ ਦੇ ਜਿਹੜੇ ਸਿਆਣੇ ਬੰਦੇ ਸੀ ਪ੍ਰੋਫੈਸਰ ਲਾਸਕੀ ਉਹਨਾਂ ਨੇ ਦੱਸਿਆ ਸੀਗਾ ਕਿ ਤੁਹਾਡੇ ਮੁਲਕ ਦੇ ਵਿੱਚ ਸਿਆਣੇ ਬੰਦੇ ਹੈਗੇ ਆ ਤੇ ਕਿਉਂਕਿ ਡਾਕਟਰ ਅੰਬੇਦਕਰ ਸਾਹਿਬ ਇੱਥੋਂ ਪੜ੍ਹ ਕੇ ਗਏ ਸੀ ਇਸ ਕਰਕੇ ਪ੍ਰੋਫੈਸਰ ਲਾਸਕੀ ਜਾਣਦੇ ਸੀ। ਉਹਨਾਂ ਨੇ ਦੱਸਿਆ ਕਿ ਡਾਕਟਰ ਅੰਬੇਦਕਰ ਹੈਗੇ ਨੇ ਤੇ ਦੈਨ ਦੇ ਅਗੇਨ ਅਪਰੋਚਡ ਹਿਮ ਔਰ ਫਿਰ ਉਹਨਾਂ ਨੇ ਇਹ ਜਿਹੜਾ ਵਿਧਾਨ ਲਿਖਿਆ ਔਰ ਇਸ ਦੇ ਵਿੱਚ ਜੋ ਪਿਛਲੇ ਸਮੇਂ 'ਚ ਇਹ ਸਮਾਜ ਨਾਲ ਔਰ ਦੇਸ਼ ਦੇ ਸਾਰੇ ਵਰਗਾਂ ਨਾਲ ਇਹ ਜ਼ਿਆਦਤੀਆਂ ਹੋਈਆਂ ਉਸ ਨੂੰ ਰੈਕਟੀਫਾਈ ਕਰਨ ਵਾਸਤੇ ਜਾਂ ਠੀਕ ਕਰਨ ਵਾਸਤੇ ਇਹ ਨਵਾਂ ਵਿਧਾਨ ਲਿਖਿਆ। ਤੇ ਇਸ ਵਿਧਾਨ ਦੇ ਵਿੱਚ ਜਿਹੜੇ ਐਜੂਕੇਸ਼ਨਲ ਰਾਈਟ ਟੂ ਪ੍ਰਾਪਰਟੀ ਰਾਈਟ ਟੂ ਇਕੁਐਲਿਟੀ ਸਾਰੇ ਰਾਈਟ ਦਿੱਤੇ ਗਏ ਜਿੱਥੇ ਕਿ ਇੱਕ ਆਦਮੀ ਦੀ ਪਛਾਣ ਕਾਇਮ ਹੋ ਸਕਦੀ ਹੈ। ਅਦਰਵਾਈਜ਼ ਇਸ ਮੁਲਕ ਦੇ ਵਿੱਚ ਹੀ ਰਹਿੰਦੇ ਹੋਇਆਂ ਇਸ ਮੁਲਕ ਦੇ ਬੰਦਿਆਂ ਨੂੰ ਦੂਸਰੇ ਦੇ ਬਰਾਬਰ ਅਧਿਕਾਰ ਨਹੀਂ ਸੀ ਤੇ ਉਸ ਦਾ ਖਮਿਆਜ਼ਾ ਜਿਹੜਾ ਸੀਗਾ ਉਹ ਇਸ ਵਰਗ ਨੇ ਤੇ ਭੁਗਤਣਾ ਸੀ। ਯਾਨੀ ਇਸ ਨੂੰ ਰਾਈਟ ਟੂ ਪ੍ਰਾਪਰਟੀ ਨਹੀਂ ਸੀ, ਰਾਈਟ ਟੂ ਐਜੂਕੇਸ਼ਨ ਨਹੀਂ ਸੀ, ਰਾਈਟ ਟੂ ਚੱਲਣ ਦਾ ਨਹੀਂ ਸੀਗਾ ਔਰ ਇਸ ਹੱਦ ਤੱਕ ਨੀਚਤਾ ਦਾ ਜ਼ਿਕਰ ਸੀ ਜਿਹਨੂੰ ਅੱਜ ਬਿਆਨ ਕਰਦਿਆਂ ਸ਼ਰਮ ਆਉਂਦੀ ਆ। ਤੇ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਸਾਹਿਤ ਔਰ ਇਤਿਹਾਸ ਹੈਗਾ ਇਹ ਯਾਦ ਰੱਖਣ ਲਈ ਲਿਖਿਆ ਜਾਂਦਾ ਤਾਂ ਕਿ ਦੁਬਾਰਾ ਜਿਹੜਾ ਹੈਗਾ ਉਸ ਜ਼ਲਾਲਤ ਦੇ ਵਿੱਚ ਨਾ ਆਦਮੀ ਦੁਬਾਰਾ ਗਿਰ ਸਕੇ। ਸੋ ਇਸ ਕਰਕੇ ਹੁਣ ਆਪਾਂ ਇਸ ਮਾਹੌਲ ਚੋਂ ਜਿਸ ਪ੍ਰੋਗਰੈਸ ਕਰਦੇ ਜਿਸ ਪੱਧਰ ਤੇ ਆ ਗਏ ਆ
ਹੁਣ ਇੱਕ ਪਲੇਜ਼ੈਂਟ ਮਾਹੌਲ ਦੇ ਵਿੱਚ ਅਸੀਂ ਸੜਕ ਤੇ ਜ਼ਮੀਨ ਚੋਂ ਨਿਕਲ ਕੇ, ਟੋਏ ਚੋਂ ਨਿਕਲ ਕੇ, ਖੂਹ ਚੋਂ ਨਿਕਲ ਕੇ ਇੱਕ ਸੜਕ ਦੇ ਲੈਵਲ ਤੇ ਆ ਗਏ। ਤੇ ਹੁਣ ਅੱਗੇ ਜਿਹੜਾ ਰਸਤਾ ਹੈ ਉਹ ਸਾਨੂੰ ਡਾਕਟਰ ਅੰਬੇਦਕਰ ਨੇ ਔਰ ਦੂਸਰੇ ਜਿੰਨੇ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਸਾਨੂੰ ਦੱਸ ਦਿੱਤਾ ਹੈ ਕਿ ਹੁਣ ਅਸੀਂ ਇਹ ਰਸਤਾ ਹੈਗਾ, ਇਸ ਤੇ ਚੱਲਣਾ ਹੈਗਾ। ਤੇ ਜਦੋਂ ਇੱਕ ਚੀਜ਼ ਦੀ ਸਾਨੂੰ ਮੰਜ਼ਿਲ ਦਾ ਪਤਾ ਲੱਗ ਜਾਏ ਔਰ ਮੰਜ਼ਿਲ ਤੇ ਪਹੁੰਚਣ ਦੇ ਰਸਤੇ ਦਾ ਪਤਾ ਲੱਗ ਜਾਏ ਔਰ ਚੰਗੇ ਮਹਾਂਪੁਰਸ਼ਾਂ ਦੀ ਸਾਡੇ ਤੇ ਥਾਪੜਾ ਹੋਵੇ, ਸਾਨੂੰ ਉਹ ਹਲਾਸ਼ੇਰੀ ਉਤਸ਼ਾਹ ਹੋਵੇ ਜਿਨ੍ਹਾਂ ਦਾ ਕਰਕੇ ਅਸੀਂ ਚੱਲ ਸਕਦੇ ਹਾਂ, ਜਿਨ੍ਹਾਂ ਕਰਕੇ ਅਸੀਂ ਮੰਜ਼ਿਲ ਤੇ ਪਹੁੰਚ ਸਕਦੇ ਹਾਂ, ਤੇ ਫਿਰ ਮੰਜ਼ਿਲ ਤੇ ਪਹੁੰਚਣਾ ਕੋਈ ਔਖਾ ਨਹੀਂ ਹੈ। ਅੱਛਾ, ਮੰਜ਼ਿਲ ਤੇ ਪਹੁੰਚਣਾ ਔਖਾ ਇਸ ਕਰਕੇ ਹੈ ਕਿ ਜਿਹੜੀ ਸਮਾਜ ਵਰਗ ਦੀ ਉન્નਤੀ ਹੈ ਇਹ ਸਾਡੇ ਸਮੁੱਚੇ ਸਮਾਜ 'ਚ ਨਹੀਂ ਹੋਈ। ਇੱਕ ਦੋ ਸਟੇਟਸ ਥੋੜੇ ਜਿਹੇ ਐਡਵਾਂਸ ਕਰ ਗਈਆਂ, ਬਾਕੀ ਉਹ ਲੋਕ ਜਿਹੜੇ ਇੱਧਰ ਆ ਗਏ ਜਾਂ ਬਾਹਰ ਚਲੇ ਗਏ, ਜਿਨ੍ਹਾਂ 'ਚ ਜਾਗਰਤ ਆ ਗਈ, ਉਹਨਾਂ ਨੇ ਤਰੱਕੀ ਕਰ ਲਈ। ਲੇਕਿਨ ਹਾਲੇ ਵੀ ਸਾਡੀ ਸਮਾਜ ਡਿਫਰੈਂਟ ਸਟੇਟਸ ਦੇ ਵਿੱਚ, ਮਿਸਾਲ ਦੇ ਤੌਰ ਤੇ ਮੈਂ ਇੱਕ ਟੀਵੀ ਤੇ ਜਿਹੜੀ ਇੰਟਰਵਿਊ ਹੋਈ ਸੀਗੀ ਉਹਦਾ ਤੁਹਾਨੂੰ ਇੱਕ ਸੀਨ ਦੱਸ ਰਿਹਾ ਕਿ ਉਹ ਟੀਵੀ ਇੰਟਰਵਿਊਰ ਇੱਕ ਪਿੰਡ 'ਚ ਜਾਂਦੇ ਆ, ਉੜੀਸਾ ਦਾ ਇੱਕ ਪਿੰਡ ਹੈ ਬੈਕਵਰਡ, ਤੇ ਉਹ ਇੱਕ ਘਰ 'ਚ ਇੰਟਰਵਿਊ ਲੈ ਕੇ ਇੱਕ ਲੇਡੀ ਨੂੰ ਪੁੱਛਦੇ ਆ कि तुम्हें काम कहाँ मिलता है? वो कहती खेतों में मिलता है। वो कहती कितने पैसे मिलते हैं? तो वो लेडी हैरान होकर पूछती पैसे कैसे? यानी अज तक उसनों पैसा नकद मिलिया ही नहीं, पैसा देखिया ही नहीं उसने। और ये अपने देश की गल हैगी आ। ते वो फिर वो समझाउंदा इंटरव्यूअर, वो कहता कि जो तुम काम करते हो उसकी उजरत। वो कहती नहीं पैसे नहीं मिलते, दान देते हैं, दान। तो वो इंटरव्यू फिर कहता अच्छा कितना चावल देते हैं? वो कहती चावल नहीं, दान। वो कहता दान क्या? वो कहती जिसमें से अभी चावल नहीं निकाले होते वो। अच्छा, वो फिर कहते अच्छा और बता तू, वो तो मिलते हैं, तो फिर उससे कितना गुजारा चलता है? वो कहते हमारा एक दिन का चल जाता है। कहते और? कहते थोड़ा सा बच भी जाता है, वो बनिया को दे देते हैं, उससे कर्जा लिया होता है तो उससे कपड़ा खरीदते हैं। अच्छा, तो फिर वो कहता उन्होंने दोबारा पूछता कि ये जो तुमने धोती पहन रखी है 4-5 गज 4-3 गज दी सी, ते ये अद्धी उन्हें थले लाई सी, अद्धी ऊपर ढकिया सी। वो कहने कि ये जो धोती तूने लगा रखी है इसके ऐसे और कितनी धोतियां तेरे पास? वो बड़ी फिर हैरान होती, कहते और किस मतलब के लिए चाहिए? वो कहता नहीं, जब तुम नहाती हो या और करती हो दूसरी जो बदलना होता है। वो कहता नहीं बदलना, इससे मैं नहा लेती हूँ, ये अपने आप ही सूख जाती है। तो मतलब है ਇਹ ਵਰਗ ਹਾਲੇ ਵੀ ਇਸ ਗਰੀਬੀ ਰੇਖਾ ਤੇ ਚੱਲ ਰਿਹਾ ਹੈ। ਤੇ ਜਿਹੜਾ ਆਦਮੀ ਹਾਲੇ ਉਸਨੂੰ 2 ਵਕਤ ਦੀ ਰੋਟੀ ਮਹਿਫੂਜ਼ ਨਹੀਂ ਗੀ ਤੇ ਉਹ ਕਿੱਥੋਂ ਬੱਚਿਆਂ ਨੂੰ ਪੜ੍ਹਾ ਲੇਗਾ ਤੇ ਕਿੱਥੋਂ ਰੌਸ਼ਨੀ ਦੇ ਵਿੱਚ ਅੱਗੇ ਰਸਤੇ ਤੇ ਚੱਲੇਗਾ। ਬਹਰਹਾਲ ਇਸ ਵਰਗ ਇਹ ਗਰੀਬ ਰਹਿੰਦਿਆਂ ਹੋਇਆਂ ਵੀ ਜਦੋਜਹਿਦ ਕਰ ਰਿਹਾ ਔਰ ਸਾਨੂੰ ਇਹ ਵਿਸ਼ਵਾਸ ਹੈ ਕਿ ਇਹ ਡਾਕਟਰ ਅੰਬੇਦਕਰ ਸਾਹਿਬ ਔਰ ਦੂਸਰੇ ਸੰਤਾਂ ਮਹੰਤਾਂ ਨੇ ਜੋ ਸਾਨੂੰ ਸਹੀ ਰਸਤੇ ਦੱਸੇ ਨੇ ਉਸ ਤੇ ਚੱਲਦੇ ਹੋਏ ਅਸੀਂ ਮੰਜ਼ਿਲ ਤੇ ਪਹੁੰਚ ਜਾਵਾਂਗੇ। ਹੁਣ ਦੂਸਰਾ ਸਵਾਲ ਪੈਦਾ ਹੁੰਦਾ ਕਿ ਮੰਜ਼ਿਲ ਤੇ ਤੁਸੀਂ ਕਿਵੇਂ ਪਹੁੰਚ ਗਏ ਤੇ ਪਹੁੰਚੇ ਕਿੱਥੇ ਤੱਕ ਹੁਣ ਡਾਕਟਰ ਸਾਹਿਬ ਇਹ ਗੱਲ ਜਾਣਦੇ ਸੀ ਕਿ ਅੱਜ ਉਹ ਜ਼ਮਾਨਾ ਨਹੀਂ ਕਿ ਜਿਸ ਵੇਲੇ ਅਸੀਂ ਹਥਿਆਰ ਚੁੱਕ ਕੇ ਕਿਸੇ ਮੁਲਕ ਨੂੰ ਫਤਿਹ ਕਰ ਲਾਂਗੇ, ਰਾਜ ਭਾਗ ਪ੍ਰਾਪਤ ਕਰ ਲਾਂਗੇ। ਉਹਨੇ ਇਸ ਕਰਕੇ ਇਹ ਸੌਖਾ ਕੰਮ ਕਰਨ ਦੇ ਡੈਮੋਕ੍ਰੈਟਿਕ ਸੈਟਅਪ ਸੈੱਟ ਕੀਤਾ ਜਿਸ ਤੇ ਅਸੀਂ ਸਿਰਫ ਵੋਟਾਂ ਰਾਹੀਂ ਹੀ ਰਾਜ ਲੈ ਸਕਦੇ ਹਾਂ। ਔਰ ਇਹ ਸਾਡੇ ਦੇਸ਼ ਦੇ ਵਿੱਚ ਕੋਈ ਆਸਾਨ ਨਹੀਂ, ਸਾਰੇ ਦੁਨੀਆ ਦੇ ਵਿੱਚ ਹੀ ਅੱਜ ਕੱਲ੍ਹ ਡੈਮੋਕ੍ਰੈਟਿਕ ਸੈਟਅਪ ਹੋ ਗਿਆ। ਸੋ ਵੋਟਾਂ ਨਹੀਂ, ਸਿੰਪਲੀ ਤੁਸੀਂ ਇੱਕ ਵੋਟ ਹੀ ਪਾਉਣੀ ਹੈ, ਇੱਕ ਪਰਚੀ ਪਾਉਣੀ ਬਕਸੇ 'ਚ। ਉਹ ਕਹਿੰਦੇ ਨੇ ਕਿ ਹੁਣ ਜ਼ਮਾਨਾ ਇਸ ਹੱਦ ਤੱਕ ਬਦਲ ਗਿਆ ਕਿ ਰਾਣੀ ਦੇ ਪੇਟੋਂ ਕੋਈ ਬਾਦਸ਼ਾਹ ਨਹੀਂ ਜੰਮੇਗਾ, ਇਹ ਤੁਹਾਡੀਆਂ ਵੋਟਾਂ ਨਾਲ ਹੀ ਤੁਹਾਡਾ ਜਿਹੜਾ ਜੰਮਿਆ ਪੈਦਾ ਹੋਏਗਾ ਉਹ ਚੁਣਿਆ ਜਾਏਗਾ। ਫਿਰ ਅਸੀਂ ਕਿੱਥੇ ਪਹੁੰਚ ਗਏ ਹਾਂ? ਹੁਣ ਮੈਂ ਕਈ ਦਫਾ ਅਸੀਂ ਮਾਨਿਊਟਲੀ ਅਸੈਸ ਨਹੀਂ ਕਰਦੇ ਕਿ ਜਿਹੜੀ ਸਾਡੀ ਪ੍ਰੋਗਰੈਸ ਹੈਗੀ ਆ। ਹੁਣ ਯੂਪੀ ਇੰਡੀਆ ਦੀ ਸਭ ਤੋਂ ਵੱਡੀ ਸਟੇਟ ਹੈ ਔਰ ਪੁਰਾਣੇ ਜ਼ਮਾਨੇ 'ਚ ਇਹ ਮਸ਼ਹੂਰ ਹੁੰਦਾ ਸੀ ਕਿ ਜਿਹੜਾ ਯੂਪੀ ਦਾ ਚੀਫ ਮਿਨਿਸਟਰ ਹੋਏਗਾ ਉਹ ਸੈਂਟਰ ਦਾ ਪ੍ਰਾਈਮ ਮਿਨਿਸਟਰ ਹੋਏਗਾ। ਨਹਿਰੂ ਸਾਹਿਬ, ਸ਼ਾਸਤਰੀ ਸਾਹਿਬ, ਹੋਰ ਜਿੰਨੇ ਵੀ ਵੱਡੇ ਵੱਡੇ ਪ੍ਰਾਈਮ ਮਿਨਿਸਟਰ ਹੋਏ ਆ ਪਹਿਲੇ ਯੂਪੀ 'ਚੋਂ ਚੀਫ ਮਿਨਿਸਟਰੀ ਤੋਂ ਉੱਥੇ ਪਹੁੰਚ ਗਏ। ਅਗਰ ਜੇ ਉਹ ਪੈਟਰਨ ਫਾਲੋ ਕਰਾਂਗੇ ਤੇ ਹੁਣ ਯੂਪੀ ਦੇ ਵਿੱਚ ਭੈਣ ਮਾਇਆਵਤੀ ਉਹ ਰਿਸਪੈਕਟੇਬਲ ਲੇਡੀ ਸਾਡੇ ਹੀ ਵਰਗ ਨਾਲ ਸੰਬੰਧਿਤ ਹੈ। ਔਰ ਕੋਈ ਜ਼ਮਾਨਾ ਸੀ ਜਦੋਂ ਉਹ ਮਨੂ ਸਮਿਰਤੀ ਦਾ ਵੇਲਾ ਸੀ ਤੇ ਉਹਨਾਂ ਨੂੰ ਦਰਵਾਜ਼ਿਆਂ ਦੇ ਅੰਦਰ, ਬਰਾਂਡਿਆਂ ਦੇ ਅੰਦਰ ਜਾਂ ਬਰਤਨ ਨੂੰ ਜਿਹੜਾ ਸੀ ਛੂਹਣਾ ਵੀ ਮਨਾ ਸੀਗਾ।
ਲੇਕਿਨ ਅੱਜ ਉਸੇ ਵਰਗ ਤੋਂ ਉਹ ਮੋਸਟ ਰਿਸਪੈਕਟੇਬਲ ਲੇਡੀ ਯੂਪੀ ਦੀ ਚੀਫ ਮਿਨਿਸਟਰ ਹੈ। ਔਰ ਇਹ ਇੱਕ ਕਦਮ ਜਿਹੜਾ ਸਭ ਤੋਂ ਵੱਡਾ ਸੀਗਾ ਉਹ ਤੁਸੀਂ ਅਚੀਵ ਕਰ ਲਿਆ। ਹੁਣ ਅੱਗੇ ਤੋਂ ਰਸਤਾ ਸੌਖਾ ਹੈਗਾ, ਤੁਸੀਂ ਪ੍ਰੋਗਰੈਸ ਕਰਦਿਆਂ ਸਿਰੇ ਤੱਕ ਪਹੁੰਚ ਜਾਓਗੇ। ਔਰ ਦੂਸਰੀ ਗੱਲ ਜਿਹੜੀ ਮੈਂ ਗੱਲ ਕਰਦਾ ਕਿ ਜਿਹੜੀ ਪ੍ਰੋਗਰੈਸ ਦੀ ਮੰਜ਼ਿਲ ਹੈ ਜਾਂ ਟੀਚਾ ਹੈਗਾ, ਇਹ ਮਹਾਂਪੁਰਸ਼ਾਂ ਨੇ ਮਿਥਿਆ ਹੁੰਦਾ। ਪਿਛਲੀ ਦਫਾ ਵੀ ਮੈਂ ਅਰਜ਼ ਕੀਤਾ ਸੀ ਕਿ ਇੱਕ ਤੇ ਪੋਇਟਰੀ ਹੁੰਦੀ ਹੈ, ਜਿਹੜੇ ਮਹਾਂਪੁਰਸ਼ ਮਹਾਕਵੀ ਸ਼ਾਇਰ ਲਿਖ ਦਿੰਦੇ ਆ, ਜਿਹਦੇ ਵਿੱਚ ਵਰਡਸਵਰਥ, ਆਪਣਾ ਸ਼ੇਕਸਪੀਅਰ, ਕੀਟਸ, ਬਾਇਰਨ ਐਟਸੈਟਰਾ ਸਾਰੇ ਆ ਗਏ। ਹਿੰਦੁਸਤਾਨ ਦੇ ਵਾਰਿਸ ਸ਼ਾਹ, ਬੁੱਲੇ ਸ਼ਾਹ ਇਹ ਆ ਗਏ। ਪੰਜਾਬੀ ਦੇ ਪੂਰਨ ਸਿੰਘ, ਆਪਣਾ ਭਾਈ ਵੀਰ ਸਿੰਘ ਇਹ ਆ ਗਏ। ਅੱਛਾ, ਇੱਕ ਮਹਾਂਪੁਰਸ਼ਾਂ ਦੀ ਹੁੰਦੀ ਹੈ ਜਿਹੜੀ ਬਾਣੀ ਹੁੰਦੀ ਹੈ, ਉਹ ਬਾਣੀ ਧੁਰ ਦੀ ਬਾਣੀ ਗਿਣੀ ਜਾਂਦੀ ਹੈਗੀ ਹੈ। ਉਹ ਬਿਯੋਂਡ ਮਾਈਂਡ ਦੀ ਗੱਲ ਹੈਗੀ ਆ। ਉਹ ਅਕਾਲ ਪੁਰਖ ਨਾਲ ਇੱਕ ਮਿਕ ਹੋ ਕੇ ਉਹ ਲਿਖਦੇ ਹੈਗੇ ਆ। ਸੋ ਉਹ ਜਿਹੜੀ ਬਾਣੀ ਹੈਗੀ ਉਹਦੇ ਚ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ, ਕੋਈ ਸਿਹਾਰੀ ਬਿਹਾਰੀ ਕਾਮਾ ਫੁੱਲ ਸਟਾਪ ਤੱਕ ਨਹੀਂ ਬਦਲਿਆ ਜਾ ਸਕਦਾ। ਉਹ ਅਟਲ ਸਚਾਈ ਤੇ ਬੇਸਡ ਹੈਗੀ ਆ। ਔਰ ਜੋ ਉਹ ਉਹਨਾਂ ਨੇ ਕਹਿਤਾ ਉਹ ਸੱਚ ਹੁੰਦਾ ਹੈ। ਹੁਣ ਜਿਸ ਤਰ੍ਹਾਂ ਇਹਦੇ ਬਾਰੇ ਬਾਬੇ ਨਾਨਕ ਨੇ ਅੱਜ ਤੋਂ 500-400 ਸਾਲ ਪਹਿਲੇ ਕਹਿਤਾ ਕਿ ਜਿਨ ਸੇਵਿਆ ਤਿਨ ਪਾਇਆ ਮਾਨ। ਹੁਣ ਇਹ ਯੂਨੀਵਰਸਲ ਟਰੁੱਥ ਹੈ। ਉਹਨਾਂ ਨੇ ਕਿਹਾ ਕਿ ਜਿਸ ਨੇ ਸੇਵਾ ਕੀਤੀ ਹੈ ਉਹਨੂੰ ਮਾਨ ਪ੍ਰਾਪਤ ਹੋਣਾ। ਹੁਣ ਤੁਸੀਂ ਮੈਕਸੀਮਮ ਸੇਵਾ ਕਰ ਲਈ ਸਮਾਜ ਦੀ ਔਰ ਬਿਨਾਂ ਅਵਜਾਨੇ ਤੋਂ ਕੀਤੀ, ਆਪ ਜ਼ਿਲਤ 'ਚ ਰਹਿ ਕੇ ਵੀ ਸੇਵਾ ਕੀਤੀ ਤੇ ਉਸ ਦਾ ਮਾਨ ਮਿਲਣਾ ਅਵੱਛ ਹੈ। ਸੋ ਇਸ ਕਰਕੇ ਇਹ ਹੁਣ ਜਿਹੜਾ ਹੈਗਾ ਇਹ ਮਾਨ ਭਾਵੇਂ ਰਾਜ ਭਾਗ ਦੇ ਵਿੱਚ ਹੈ, ਭਾਵੇਂ ਐਜੂਕੇਸ਼ਨ ਫੀਲਡ 'ਚ ਹੈ, ਭਾਵੇਂ ਕਿਸੇ 'ਚ ਹੈਗਾ, ਇਹ ਤੁਹਾਨੂੰ ਮਿਲਣਾ ਹੀ ਮਿਲਣਾ ਹੈ। ਹੁਣ ਰਾਈਟ ਟੂ ਐਜੂਕੇਸ਼ਨ ਨਹੀਂ ਸੀ ਤੇ ਇਹ ਵਰਗ ਵੰਡ ਇੰਨੀ ਤੱਕ ਸਖਤ ਸੀਗੀ ਕਿ ਸਿਰਫ ਐਜੂਕੇਸ਼ਨ ਜਿਹੜਾ ਬ੍ਰਾਹਮਣ ਹੈ ਉਹ ਪੜ੍ਹ ਸਕਦਾ ਹੈ ਔਰ ਪੜ੍ਹਾ ਸਕਦਾ ਹੈ। ਉਸ ਤੋਂ ਅੱਗੇ ਨੀਚੇ ਉਤਰਿਆ ਉਹ ਤੇ ਕਸ਼ਤਰੀ ਪੜ੍ਹ ਸਕਦਾ ਸੀ, ਪੜ੍ਹਾ ਨਹੀਂ ਸਕਦਾ। ਉਸ ਤੋਂ ਥੱਲੇ ਦੇ ਜਿਹੜੇ ਦੋ ਵਰਗ ਆ ਗਏ ਉਹ ਵਰਜਿਤ ਸੀ, ਉਹ ਨਾ ਐਜੂਕੇਸ਼ਨ ਪੜ੍ਹ ਸਕਦੇ ਸੀਗੇ ਨਾ ਪੜ੍ਹਾ ਸਕਦੇ ਸੀ। ਔਰ ਉਹ ਜਿਹੜਾ ਵੈਸ਼ ਸੀ ਉਹ ਥੋੜੀ ਜਿਹੀ ਉਹਨੂੰ ਸੁਣ ਸਕਦਾ ਸੀ ਕਿਸਿਓਂ, ਲੇਕਿਨ ਜਿਹੜਾ ਉਸ ਤੋਂ ਥੱਲੇ ਦਾ ਵਰਗ ਸੀ ਸ਼ੂਦਰ, ਉਹ ਤੇ ਪੜ੍ਹਨਾ ਪੜ੍ਹਾਉਣਾ ਸੁਣਨਾ ਤੱਕ ਵੀ ਵਰਜਿਤ ਸੀ। ਜੇ ਉਹ ਸੁਣ ਲੈਂਦਾ ਸੀ ਗਲਤੀ ਨਾਲ ਤੇ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਕਿ ਨਹੀਂ ਚੰਗੀ ਗੱਲ ਕਿਉਂ ਸੁਣ ਲਈ। ਹੈ ਕਿੱਡੀ ਉਲਟੀ ਗੱਲ ਹੈ ਵੀ ਚੰਗੀ ਗੱਲ ਸੁਣਾਂਗੇ ਸਮਾਜ ਦੀ ਉੱਨਤੀ ਹੋਏਗੀ, ਲੇਕਿਨ ਨਹੀਂ, ਸਮਾਜ ਦੀ ਉੱਨਤੀ ਦੀ ਕੋਈ ਕੰਸੀਡਰੇਸ਼ਨ ਨਹੀਂ। ਫਿਰ ਦੂਸਰੀ ਵਰਗ ਵੰਡ ਦੀ ਸਟ੍ਰਿਕਟਨੈਸ ਦੇਖੋ, ਬੜੀ ਅਜੀਬ ਗੱਲਾਂ ਲੱਗਦੀਆਂ ਹੈਗੀਆਂ। ਕੋਈ ਕਹਿੰਦਾ ਢੋਲ, ਢੋਰ, ਗਵਾਰ, ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ। ਕਿਉਂ ਬਈ, ਇਹਨਾਂ ਨੇ ਕੀ ਗਲਤੀ ਕੀਤੀ ਹੈ? ਇਹ ਤਾਂ ਤੁਹਾਡੀ ਸੇਵਾ ਕਰਦੇ ਹੈਗੇ, ਤਾੜਨ ਕਿਹੜੀ ਗੱਲ ਦਾ? ਅੱਛਾ, ਫਿਰ ਅਸੀਂ ਮੰਨ ਲਿਆ ਵੀ ਚਲੋ ਸਾਡੇ ਨਾਲ ਤੇ ਹੋ ਗਈ। ਢੋਰ ਉਹ ਸੇਵਾ ਕਰਦਾ, ਗਊ ਮਾਤਾ ਇੱਕ ਪਾਸੇ ਗਿਣੀ ਜਾਂਦੀ ਹੈ, ਦੂਜੇ ਪਾਸੇ ਢੋਰ ਦੀ ਕੈਟੇਗਰੀ ਉਹ ਤਾੜਨ ਦੀ ਅਧਿਕਾਰੀ ਆ ਗਈ। ਗਵਾਰ ਜਿਹਨੂੰ ਕੰਮ ਅਕਲ ਹੈ ਉਹ ਰੱਬ ਦੀ ਦਿੱਤੀ ਹੈ, ਕਿਸੇ ਨੂੰ ਥੋੜੀ ਆ ਗਈ, ਕਿਸੇ ਨੂੰ ਜ਼ਿਆਦੀ ਆ ਗਈ, ਇਹਦੇ ਚ ਕੀ ਹੈ? ਉਹਦਾ ਕੀ ਕਸੂਰ ਹੈਗੀ? ਸ਼ੂਦਰ ਸਮੁੱਚੇ ਤੌਰ ਤੇ ਸਾਰਾ ਹੀ ਵਰਗ ਇਹਦੇ ਵਿੱਚ ਆ ਗਿਆ। ਔਰ ਨਾਰੀ, ਨਾਰੀ ਦਾ ਕੀ ਕਸੂਰ ਹੈ? ਇੱਕ ਬ੍ਰਾਹਮਣ ਦੀ ਇਸਤਰੀ ਵੀ ਜਨੇਊ ਨਹੀਂ ਪਾ ਸਕਦੀ, ਉਹ ਨਹੀਂ ਦੂਸਰੇ ਕਰ ਸਕਦੀ। ਬਈ ਸਾਰੇ ਸਮਾਜ ਦੀ, ਸਾਰੇ ਦੇਸ਼ ਦੀ 50% ਆਬਾਦੀ ਜਿਹੜੀ ਸੀਗੀ ਉਹ ਤਾਂ ਤੁਸੀਂ ਨੇ ਹੱਥੀ ਕਰ ਦਿੱਤੀ। ਉਹ ਤੁਹਾਡੇ ਨਾਲ ਤੋਰੀ ਨਹੀਂ ਸਕਦੀ, ਤੁਹਾਨੂੰ ਸੋਚ ਹੀ ਨਹੀਂ ਦੱਸ ਸਕਦੀ, ਕੋਈ ਆਪਣਾ ਸ਼ਰੀਕ ਨਹੀਂ ਹੋ ਸਕਦੀ। ਸੋ ਇਸ ਕਰਕੇ ਸਮਾਜ ਦਾ 50% ਅੰਗ ਤਾਂ ਤੁਸੀਂ ਨਕਾਰਾ ਕਰ ਦਿੱਤਾ ਤੇ ਉਸ ਤੋਂ ਬਾਅਦ ਬਾਕੀ 25% ਸ਼ੂਦਰ ਹੋਣਗੇ ਉਹ ਨਕਾਰਾ ਕਰ ਦਿੱਤੇ। ਤੇ ਫਿਰ ਕੀ ਹੋਇਆ? ਫਿਰ ਜਿਹੜਾ ਵੀ ਬਾਹਰੋਂ ਉੱਠਿਆ ਉਹਨੇ ਸਾਡੇ ਤੇ ਹਮਲਾ ਕੀਤਾ ਔਰ ਲੁੱਟ ਕੇ ਲੈ ਗਿਆ। ਹੁਣ ਮਹਿਮੂਦ ਗਜ਼ਨਵੀ ਨੇ ਸਾਡੇ ਤੇ 17 ਹਮਲੇ ਕੀਤੇ। 17, 1 2 3 4 5 6 7 8 ਆਦਮੀ 17 ਤੱਕ ਗਿਣਦਿਆਂ ਥੱਕ ਜਾਂਦਾ। ਤੇ ਉਹ ਕਿੱਥੋਂ ਉੱਠਿਆ ਸੀ? ਅਫਗਾਨਿਸਤਾਨ ਤੋਂ, ਸਾਡੇ ਗੁਆਂਢ ਤੋਂ। ਔਰ ਉਹ ਮੁਲਕ ਜਿਹੜਾ ਅੱਜ ਤੱਕ ਕੋਈ ਤਰੱਕੀ ਨਹੀਂ ਕਰ ਸਕਿਆ। ਅੱਜ ਉੱਥੇ ਸੜਕਾਂ ਹੈ ਨਹੀਂ, ਅੱਜ ਉੱਥੇ ਸਕੂਲ ਹੈ ਨਹੀਂ। ਉਹ 10-15 ਹਜ਼ਾਰ ਇਕੱਠੇ ਕਰਕੇ 50-100 ਹਜ਼ਾਰ 2000 10,000 ਘੋੜੇ ਇਕੱਠੇ ਕੀਤੇ ਤੇ ਆ ਕੇ ਸਾਡੇ ਸਾਰੇ ਹਿੰਦੁਸਤਾਨ ਨੂੰ ਜਿਹੜਾ ਉਸ ਤੋਂ ਕਈ ਗੁਣਾ ਵੱਡਾ ਸੀ ਔਰ ਕਈ ਗੁਣਾ ਸਿਆਣਾ ਸੀਗਾ, ਉਹਨੂੰ ਲੁੱਟ ਕੇ ਚੱਲਦਾ ਹੋਇਆ। ਔਰ ਉਸਨੇ ਲੁੱਟਿਆ ਇਹ ਨਹੀਂ ਕਿ ਸਿਰਫ ਮੰਦਰਾਂ ਮਸਜਿਦਾਂ ਦੂਸਰਿਆਂ ਨੂੰ ਲੁੱਟਿਆ ਜਾਂ ਪੈਸਾ ਲੁੱਟਿਆ ਜਾਂ ਹੀਰੇ ਜਵਾਹਰਾਤ ਲੁੱਟੇ। ਜਾਣ ਲੱਗੇ ਸਾਡੀਆਂ ਧੀਆਂ ਭੈਣਾਂ ਵੀ ਲੁੱਟ ਦੇ ਮਾਲ 'ਚ ਲੈ ਕੇ ਗਏ।
ਕਿ ਇਹ ਇੱਕ ਆਮ ਕਹਿਣਾ ਹੈਗਾ ਵੀ ਗਜ਼ਨੀ ਦੇ ਵਿੱਚ ਹਿੰਦੁਸਤਾਨ ਦੀਆਂ ਹਿੰਦੂਆਂ ਦੀਆਂ ਇਸਤਰੀਆਂ ਬੀਬੀਆਂ ਟਕੇ ਟਕੇ ਚ ਵਿਕੀਆਂ। ਇਹ ਸਾਹਿਤ ਚ ਲਿਖਿਆ, ਇਹ ਕੋਈ ਐਸੀ ਗੱਲ ਨਹੀਂ ਜਿਹਨੂੰ ਝੁਟਲਾਈ ਜਾ ਸਕਦੀ ਹੈ। ਲੇਕਿਨ ਅਸੀਂ ਇਹ ਜਾਣਦੇ ਹਾਂ ਕਿ ਸਾਹਿਤ ਨੂੰ ਚੇਤਾ ਰੱਖਣਾ, ਅਸੀਂ ਫਿਰ ਵੀ ਇਹ ਸ਼ਰਮਿੰਦਗੀ ਨੂੰ ਭੁੱਲਣ ਦਾ ਯਤਨ ਕਰਦੇ ਹਾਂ। ਔਰ ਮਹਿਮੂਦ ਗਜ਼ਨਵੀ ਵੀ 12ਵੀਂ 13ਵੀਂ ਸਦੀ ਚ ਹੋਇਆ ਹੂੰ। ਅੱਛਾ, ਲੇਕਿਨ ਅਹਿਮਦ ਸ਼ਾਹ ਅਬਦਾਲੀ ਇਹ 1747 ਦੀ ਗੱਲ ਮੈਂ ਕਰਦਾ। ਕਿੰਨੇ ਸਾਲ ਹੋਏ? 250 ਸਾਲ, ਸਿਰਫ 250 ਸਾਲ। ਔਰ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਲਾਹੌਰ ਤੇ ਹਮਲਾ ਕੀਤਾ, ਲਾਹੌਰ ਜਿੱਤ ਲਿਆ, ਉਥੋਂ ਫਿਰ ਦਿੱਲੀ ਜਿੱਤਣ ਗਿਆ, ਦਿੱਲੀ ਜਿੱਤ ਲਈ। ਦਿੱਲੀ ਜਿੱਤਣ ਤੋਂ ਬਾਅਦ ਲਾਹੌਰ ਦੀ ਜਿਹੜੀ ਸੂਬੇਦਾਰਨੀ ਸੀ ਮੁਗਲਾਨੀ ਬੇਗਮ, ਉਹ ਉਹਨਾਂ ਦੀ ਭੈਣ ਸੀਗੀ, ਜਿਹੜੇ ਦਿੱਲੀ ਵਾਲੇ ਸੀਗੇ। ਮੁਗਲਾਨੀ ਬੇਗਮ ਖੁਦ ਗਈ ਇਹਦੇ ਨਾਲ ਦਿੱਲੀ ਤੇ ਉਸਨੇ ਸਾਰੇ ਦੱਸਿਆ ਕਿ ਇਹ ਅਮੀਰਾਂ ਕੋਲ ਆ ਮਾਲ ਹੈਗਾ, ਔਰ ਉਸਨੇ ਇੱਕ ਇੱਕ ਚੁਣ ਚੁਣ ਕੇ ਉਹਨਾਂ ਨੂੰ ਲੁੱਟਿਆ। ਔਰ ਲੁੱਟ ਕੇ ਉਹਨੇ ਲੁੱਟ ਦਾ ਮਾਲ 28,000 ਗੱਡਿਆਂ ਤੇ ਲੱਦਿਆ। 28,000 ਗੱਡਿਆਂ ਤੇ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਕਮਾਲ, ਯਾਨੀ ਸਾਰਾ ਹਿੰਦੁਸਤਾਨ ਹੀ ਲੁੱਟ ਲਿਆ ਵਰਚੁਅਲੀ। ਤੇ ਉਹ ਲੁੱਟ ਕੇ ਲਗਿਆ ਔਰ 28,000 ਗੱਡਿਆਂ ਤੇ ਇਹ ਨਹੀਂ ਸਿਰਫ ਮਾਲ ਹੀ ਲੱਦ ਕੇ ਲਗਿਆ, ਹੀਰੇ ਜਵਾਹਰਾਤ, ਇਹਨਾਂ ਦਾ ਤਖਤ ਤਾਊਸ ਜਾਂ ਜਿਹੜੇ ਹੀਰਾ ਜਵਾਹਰਾਤ ਨਾਲ ਜੜੇ ਸੀ ਉਹ ਵੀ ਲੁੱਟ ਕੇ ਲਗਿਆ। ਔਰ ਪਲੱਸ ਸਾਡੇ ਮੁਲਕ ਦੀਆਂ ਬੀਬੀਆਂ, ਸਾਡੀਆਂ ਧੀਆਂ, ਸਾਡੀਆਂ ਭੈਣਾਂ। ਔਰ ਉਹ ਅੱਜ ਜ਼ਿਕਰ ਕਰਦੇ ਆ, ਸਾਨੂੰ ਸ਼ਰਮ ਆਉਂਦੀ ਆ। ਉਹ ਕਿਉਂ ਗਏ, ਕਿਉਂ ਲੁੱਟ ਕੇ ਲੈ ਗਏ, ਕਿਉਂ ਨਾ ਅਸੀਂ ਰੋਕ ਸਕੇ? ਉਹਨਾਂ ਨਾਲ ਅਸੀਂ 100 ਗੁਣਾ ਵੱਡਾ ਦੇਸ਼, 100 ਗੁਣਾ ਵੱਡੀ ਆਬਾਦੀ, ਸਭ ਕੁਛ, ਪੜ੍ਹੇ ਲਿਖੇ ਸਿਆਣੇ ਉੱਪਰਲੇ ਵਰਗ ਸੀ, ਉਹ ਕਿਉਂ ਨਾ ਰੋਕ ਸਕੇ? ਸਿਰਫ ਇਸ ਕਰਕੇ ਕਿ ਉਹਨਾਂ ਨੇ ਅੱਧੇ ਵਰਗ ਨੂੰ ਇਹ ਤੋਂ ਮਹਿਰੂਮ ਕਰ ਦਿੱਤਾ ਔਰ ਅਸੀਂ ਵਰਜਿਤ ਸੀ, ਅਸੀਂ ਰੋਕਣ ਜੋਗੇ ਸੀਗੇ ਨਹੀਂ, ਯਾਨੀ ਅਸੀਂ ਤੇ ਕਿਸੇ ਗਿਣਤੀ ਚ ਨਹੀਂ ਗਿਣੇ ਜਾਂਦੇ ਸੀ। ਸੋ ਇਸ ਕਰਕੇ ਇਹ ਦੇਸ਼ ਨੇ ਸਭ ਕੁਛ ਫੇਸ ਕੀਤਾ। ਔਰ 28,000 ਗੱਡੇ ਤੇ ਤੁਸੀਂ ਦੇਖੋ, 2 ਜਨਾਨੀਆਂ, 4 ਬੇਟੀਆਂ ਵੀ ਸਾਡੀਆਂ ਲੱਦੀਆਂ ਗਏ ਹੁਣ। 28,000 ਨੂੰ 4 ਨਾਲ ਜਰਬ ਦੇ ਕੇ, 3 ਨੂੰ ਜਰਬ ਦੇ ਕੇ ਕੀ ਉਹਦਾ ਉੱਤਰ ਆਏਗਾ? ਕਿੰਨੇ ਹਜ਼ਾਰਾਂ ਲੱਖਾਂ ਦੇ ਵਿੱਚ ਗਈਆਂ, ਹਨਾ। ਸੋ ਇਸ ਕਰਕੇ ਅਸੀਂ ਇਹ ਸਾਰਾ ਕੁਝ ਸਫ਼ਰ ਕੀਤਾ ਤੇ ਹੁਣ ਡਾਕਟਰ ਅੰਬੇਦਕਰ ਨੇ ਇਹ ਸਾਰੀਆਂ ਗੱਲਾਂ ਦਾ ਰਿਜ਼ਲਟ ਕੱਢ ਕੇ ਦੇਖਿਆ ਕਿ ਜਿੰਨਾ ਚਿਰ ਦੇਸ਼ ਦੇ ਵਿੱਚ ਸਮਾਨਤਾ ਨਹੀਂ ਆਏਗੀ, ਬਰਾਬਰਤਾ ਨਹੀਂ ਆਏਗੀ, ਇਕੁਐਲਿਟੀ ਨਹੀਂ ਆਏਗੀ, ਇਹ ਦੇਸ਼ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ। ਔਰ ਹੁਣ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਗਏ ਹਾਂ। ਤੇ ਹੁਣ ਰਾਈਟ ਟੂ ਐਜੂਕੇਸ਼ਨ ਜਦੋਂ ਦਿੱਤਾ, ਤੇ ਮੈਂ ਪਿਛਲੇ ਪ੍ਰੋਗਰਾਮ ਚ ਵੀ ਦੱਸਿਆ ਸੀ ਕਿ ਸਾਨੂੰ ਕਿੰਨੀਆਂ ਦਿੱਕਤਾਂ ਨਾਲ ਪੜ੍ਹਨਾ ਪਿਆ ਸੀ। ਇਹ ਸਮਾਜ ਨੇ ਸਾਡੇ ਤੇ ਫਿਰ ਵੀ ਬੈਨ ਤੇ ਨਹੀਂ ਸੀ ਲਾ ਸਕਦੇ, ਲੇਕਿਨ ਪਾਬੰਦੀਆਂ ਇੰਨੀਆਂ ਸੀਗੀਆਂ, ਲੇਕਿਨ ਫਿਰ ਵੀ ਇਹ ਲੋਕ ਗੁਰਬਤ ਚੋਂ ਉੱਠ ਕੇ ਪੜ੍ਹ ਕੇ ਤੇ ਜਿੰਨੀਆਂ ਵੱਡੀਆਂ ਪੋਸਟਾਂ ਸੀ ਉੱਥੇ ਚਲੇ ਗਏ। ਫਿਰ ਇਹਨਾਂ ਨੇ ਕਿਹਾ ਕਿ ਨਹੀਂ, ਇਹ ਸਾਰੇ ਲੋਕ ਜਿਹੜੇ ਆ ਇਹ ਰਿਜ਼ਰਵੇਸ਼ਨ ਦਾ ਕਰਕੇ ਫਾਇਦਾ ਲੈ ਗਏ। ਤੇ ਹੁਣ ਰਿਜ਼ਲਟ ਇਹ ਆ ਗਿਆ ਕਿ ਵਿਦਆਊਟ ਰਿਜ਼ਰਵੇਸ਼ਨ ਜਨਰਲ ਕੈਟੇਗਰੀ ਨਾਲ ਕੰਪੈਰੀਜ਼ਨ ਦੇ ਵਿੱਚ ਵੀ ਇਹ ਲੋਕ ਉੱਪਰ ਆ ਗਏ। ਤੇ ਹੁਣ ਫਿਰ ਇਸ ਨੂੰ ਕਿਵੇਂ ਰੋਕ ਸਕਦੇ ਸੀ? ਯਾਨੀ ਨਫ਼ਰਤ ਦਾ ਐਲੀਮੈਂਟ ਜਿਹੜਾ ਹੈਗਾ ਉਹ ਸਟਿਲ ਐਗਜ਼ਿਸਟ ਕਰਦਾ। ਉਹਨੂੰ ਫਿਰ ਰੋਕਣ ਲਈ ਇਹਨਾਂ ਨੇ ਸਕੂਲ ਜੁਦੇ ਕਰ ਲਏ, ਫਿਰ ਹੋਰ ਜੁਦੇ ਕਰ ਲਏ, ਹਾਇਰ ਐਜੂਕੇਸ਼ਨ ਚੰਗੇ ਢੰਗ ਨਾਲ ਇਹਨਾਂ ਨੂੰ ਦਿੱਤੀ ਜਾਏ। ਇਹ ਜਿਹੜੇ ਨੈਗਲੈਕਟਡ ਵਰਗ ਦੇ ਲੋਕ ਆ ਸਿਰਫ ਗੌਰਮੈਂਟ ਸਕੂਲਾਂ 'ਚ ਹੀ ਰਹਿ ਜਾਣ। ਸੋ ਇਸ ਕਰਕੇ ਸਾਡੇ ਦਿਮਾਗ 'ਚੋਂ ਉਹ ਨਫ਼ਰਤ ਦਾ ਜਜ਼ਬਾ ਜਿਹੜਾ ਸੀ ਉਹ ਗਿਆ ਨਹੀਂ ਹਾਲੇ। ਸੋ ਇਸ ਕਰਕੇ ਸਾਨੂੰ ਇਹ ਰਿਮੂਵ, ਦੂਸਰੇ ਵਰਗਾਂ ਦੀ ਨਹੀਂ, ਮੈਂ ਆਪਣੇ ਵਰਗ ਦੀ ਵੀ ਗੱਲ ਕਰਾਂ, ਸਾਡੇ ਵੀ ਆਪਸ 'ਚ ਇਹ ਹੋਈ ਹੈ। ਜੇ ਕਿ ਸਾਨੂੰ ਸਹੀ ਸਲਾਹ ਗਾਂਹ ਤੁਰਨ ਦੀ ਦਿੰਦਾ ਤੇ ਸਾਡੇ ਹੀ ਲੋਕ ਪਿੱਛੇ ਨੂੰ ਖਿੱਚਣ ਦਾ ਯਤਨ ਕਰਦੇ ਆ, ਜਿਹੜੀ ਕਿ ਗੱਲ ਸਹੀ ਨਹੀਂ ਹੈਗੀ। ਅੱਛਾ, ਬਾਕੀ ਧਰਮ ਜਿਹੜਾ ਹੈਗਾ, ਕੋਈ ਵੀ ਹੈ ਧਰਮ, ਉਹਦਾ ਓਰੀਜਨ ਜਿਹੜਾ ਹੈਗਾ, ਉਹਦਾ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਉਹ ਪ੍ਰੇਮ ਤੇ ਆਧਾਰਿਤ ਹੈ। ਭਾਵੇਂ ਉਹ ਧਰਮ ਅੱਜ ਤੋਂ 2,500 ਸਾਲ ਪਹਿਲੇ ਪੈਦਾ ਹੋਇਆ ਜਾਂ 2,000 ਸਾਲ ਪਹਿਲੇ, 2,500 ਸਾਲ ਦੇ ਕਰੀਬ ਤੇ ਬੁੱਧ ਹੋਇਆ। ਬੁੱਧ ਨੇ ਵੀ ਪ੍ਰੇਮ ਦਾ ਪ੍ਰਚਾਰ ਕੀਤਾ, ਜਿਹੜੀ ਜਾਤੀ ਸੀ ਉਹਦੇ ਖਿਲਾਫ ਕੀਤਾ। ਉਸ ਤੋਂ ਬਾਅਦ 2,000 ਸਾਲ ਪਹਿਲੇ ਕ੍ਰਿਸਚੈਨਿਟੀ ਪੈਦਾ ਹੋਈ। ਉਹਨਾਂ ਨੇ, ਯਿਸੂ ਮਸੀਹ ਨੇ ਸਭ ਤੋਂ ਪਹਿਲੇ ਕਿਹਾ ਕਿ ਗਾਡ ਇਜ਼ ਲਵ, ਪਰਮਾਤਮਾ ਕੀ ਹੈ? ਪ੍ਰੇਮ ਹੀ ਆ, ਐਂਡ ਲਵ ਇਜ਼ ਗਾਡ। ਇਸ ਤੋਂ ਇਲਾਵਾ ਕੁਝ ਨਹੀਂ ਆਪਸ ਚ। ਫਿਰ ਉਹਨਾਂ ਨੇ ਲਵ ਥਾਈ ਨੇਬਰ, ਵੀ ਆਪਣੇ ਪੜੋਸੀ ਨੂੰ ਪਿਆਰ ਕਰੋ। ਭਾਵ ਇੱਕ ਪੜੋਸੀ ਨੂੰ ਪਿਆਰ ਕਰਦਾ, ਪੜੋਸੀ ਪੜੋਸੀ ਨੂੰ ਕਰੇਗਾ। ਇਹ ਯੂਨੀਵਰਸਲ ਪਿਆਰ ਜਿਹੜਾ ਸਮੁੱਚੀ ਸਮਾਜ ਦੇ ਵਿੱਚ ਹੋਏਗਾ। ਫਿਰ ਉਸ ਤੋਂ ਬਾਅਦ ਇਸਲਾਮ ਧਰਮ, ਜਿਹਨੂੰ ਆਪਾਂ ਕ੍ਰਿਟਿਸਾਈਜ਼ ਵੀ ਕਰ ਲੈਂਦੇ ਆ ਵੀ ਜੀ ਇਹ ਤਲਵਾਰ ਦੇ ਜ਼ੋਰ ਨਾਲ ਫੈਲਿਆ। ਨਹੀਂ, ਇਹ ਤਲਵਾਰ ਬਾਹਰ ਆਈ। ਜਿਹੜਾ ਇਸਲਾਮ ਦਾ ਬੇਸਿਕ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਨੇ ਪ੍ਰਚਾਰ ਕੀਤਾ ਸੀ ਉਹ ਪਿਆਰ ਦਾ ਹੀ ਕੀਤਾ ਸੀ।
ਔਰ ਅਸਲਾਮ ਦਾ ਲਫ਼ਜ਼ੀ ਮੈਨਾ ਸਲਾਮਤ ਤੋਂ ਲਫ਼ਜ਼ ਨਿਕਲਿਆ। ਅਸਲਾਮ ਜਿਹੜਾ ਹੈਗਾ ਸਲਾਮਤ ਤੋਂ। ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਉਹ ਖੈਰੋ ਆਫੀਅਤ ਵੀ ਤੇਰਾ ਕੀ ਹਾਲ ਹੈ, ਸਹੀ ਸਾਲਮ ਹੈ, ਸਲਾਮਤ ਹੈ। ਸਲਾਮਤ ਦਾ ਮਤਲਬ ਹੈ ਤੰਦਰੁਸਤ ਹੈ, ਸਹੀ ਹੈ, ਕਾਇਮ ਹੈਗਾ। ਤੇ ਅਸਲਾਮ ਧਰਮ ਸਲਾਮਤ ਚੋਂ ਨਿਕਲਿਆ ਸੀ ਵੀ ਚੰਗਾ ਸਾਊ ਪੁਣੇ ਦਾ ਲਫ਼ਜ਼ ਹੈਗਾ, ਹੈਨਾ। ਉਹ ਵੀ ਪ੍ਰੇਮ ਤੇ ਬੇਸਡ ਸੀ। ਉਸ ਤੋਂ ਬਾਅਦ ਸਿੱਖ ਧਰਮ ਤੇ ਆ ਗਈ ਗੱਲ। ਗੁਰੂ ਨਾਨਕ ਨੇ ਪ੍ਰੇਮ ਦਾ ਪ੍ਰਚਾਰ ਜਿਹੜਾ ਸੀਗਾ ਕਿੱਥੇ ਕਿੱਥੇ ਨਹੀਂ ਗਿਆ, ਲੰਕਾ ਤੱਕ ਗਿਆ, ਮੱਕੇ ਮਦੀਨੇ ਤੱਕ ਗਿਆ, ਔਰ ਜਿੱਥੇ ਜਿੱਥੇ ਪ੍ਰੇਮ ਦਾ ਪ੍ਰਚਾਰ ਕੀਤਾ ਸਾਰਿਆਂ ਨੇ ਐਕਸੈਪਟ ਕੀਤਾ ਉਸ ਨੂੰ, ਸਾਰਿਆਂ ਨੂੰ। ਅੱਛਾ, ਉਸ ਤੋਂ ਬਾਅਦ ਤੁਸੀਂ ਦੂਸਰੇ ਲੈ ਲਓ, ਸ਼ਾਇਰ ਲੈ ਲਓ, ਦੂਸਰੇ हजरत मोहम्मद इकबाल ने कहा सीगा कि मजहब नहीं सिखाता आपस में बैर रखना, हिंदी है हम सब हिंदुस्तान हमारा। यानी मजहब का बेसिक प्रिंसिपल ही प्रेम है, ते जिहड़ा प्रेम दे उल्ट प्रचार करदा ये समझो ट्रू रिलीजन नहीं। लेकिन किसी भी चंगे भाव का अर्थ असी अपने फायदे के मुताबिक कढ़ लिया। वो एक लाइट वे च वो गल सुनाउंदे हुंदे आ भी यज्ञ करना, योग करना या ते अपने दान करना, ये सारे धर्मां च गिनिया जांदा बहुत चंगा है। आपां गुरुद्वारे मंदिर जाते हैं, अपनी श्रद्धा अनुसार चढ़ावा चढ़ाने 5 10 पैसे या 20 100 जिन्ना भी है, सिर्फ इस करके भी ये किसी लेखे लगेगा। लेकिन हुण जिहड़ा साडा चढ़ावा चढ़ाया जे पुजारी खा जाए तो फिर तो बई अर्थ ना लग्या। हुण इसे तरह गल सुनाउंदे हुंदे आ बई वो कोई सेठ सीगा ते ਉਹਨੂੰ ਮਰਨ ਵੇਲੇ ਤਾਂ ਸਾਰਿਆਂ ਨੂੰ ਰੱਬ ਚੇਤੇ ਆਉਂਦਾ, ਜਿਉਂਦੇ ਜੀ ਨਹੀਂ ਆਉਂਦਾ। ਤੇ ਉਹ ਸੇਠ ਨੂੰ ਕਿਹਾ ਵੀ ਮਹਾਰਾਜ ਤੁਹਾਡੇ ਕੋਲ ਧਨ ਦੌਲਤ ਬਹੁਤਾ, ਕੋਈ ਦਾਨ ਕਰ ਜਾਓ। ਤੇ ਉਹਨੇ ਕਿਹਾ ਚਲੋ ਠੀਕ ਆ, ਨੇਕ ਸਲਾਹ ਹੈ। ਉਹਨੇ ਪੰਡਤ ਜੀ ਨੂੰ ਸੱਦਿਆ, ਕਹਿਣ ਲੱਗਾ ਕਿ ਲੈ ਭਾਈ ਆ ਤੂੰ 4000 ਜਾਂ 5000 ਲੈ ਜਾ, ਇਹ ਤੂੰ ਦਾਨ ਕਰਨਾ ਹੈ, ਲਿਖ ਲਾ ਇੱਥੇ, ਜ਼ਬਾਨੀ ਨਹੀਂ। ਉਹ ਕਹਿੰਦਾ ਹਾਂਜੀ ਦੱਸੋ। ਕਹਿੰਦਾ ਵੀ ਇਹਦੇ ਚੋਂ ਤੂੰ 1000 ਰੁਪਈਆ ਤੇ ਬਿਰਧ ਆਸ਼ਰਮ ਜਿਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਉੱਥੇ ਰਹਿੰਦੇ ਆ, ਬਿਰਧ ਆਸ਼ਰਮ ਨੂੰ ਦੇ ਦੀ। 1 ਰੁਪਈਆ ਉਹ ਵਿਧਵਾ ਆਸ਼ਰਮ ਨੂੰ ਦੇ ਦੀ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ, ਤੇ 1000 ਰੁਪਈਆ ਯਤੀਮ ਆਸ਼ਰਮ ਨੂੰ ਦੇ ਦੀ। ਉਹ ਕਹਿੰਦਾ ਠੀਕ ਹੈ ਸਤ ਵਚਨ ਜੀ। ਕਹਿੰਦਾ 1000 ਰੁਪਈਆ ਸਕੂਲਾਂ ਵਾਸਤੇ, ਵਿਦਿਆ ਵਾਸਤੇ ਵੀ ਜਨਰਲ ਹੋ ਜਾਏ। ਉਹਨੇ ਕਿਹਾ ਠੀਕ ਹੈ ਜੀ। ਉਹਨੇ ਆਪਣਾ ਉਹ ਲਿਖ ਲਿਆ, 5000 ਰੁਪਈਆ ਲਿਆ ਤੇ ਉਹ ਘਰ ਨੂੰ ਆ ਗਿਆ। ਆਪਣੇ ਘਰ ਵਾਲੇ ਨੂੰ ਦੱਸਿਆ, ਪੇਸਟਰ ਕਰਕੇ ਹੋਇਆ। ਉਹਨੇ ਕਿਹਾ ਬਹੁਤ ਨੇਕ ਆਦਮੀ ਸੀਗਾ, ਚਲੋ ਠੀਕ ਹੈ। ਉਹ ਘਰ ਵਾਲੀ ਨੇ ਕੁਝ ਦਿਨਾਂ ਬਾਅਦ ਪੁੱਛਿਆ ਵੀ ਉਹ ਜਿਹੜੇ ਉਹਨਾਂ ਨੇ ਸੇਠ ਜੀ ਨੇ ਦਿੱਤੇ ਸੀ ਦਾਨ, ਉਹ ਦੇ ਆਏ? ਉਹ ਕਹਿੰਦਾ ਹਾਂ ਹਾਂ ਉਹ ਤਾਂ ਮੈਂ ਦੇ ਆਇਆ ਸੀ। ਉਹ ਕਹਿੰਦੇ ਵੀ ਇੱਥੇ ਤਾਂ ਕੋਈ ਨਹੀਂ ਆਇਆ, ਦਿੱਤਾ ਕਿਹਨੂੰ? ਉਹ ਕਹਿੰਦੇ ਦੇਖ ਉਹਨਾਂ ਨੇ ਬਿਰਧ ਆਸ਼ਰਮ ਨੂੰ ਨਹੀਂ ਸੀ ਕਿਹਾ ਵੀ 1000 ਰੁਪਈਆ ਦੇਣਾ, ਤਾਂ ਤੂੰ ਕਿਤੇ ਆਪਣੇ ਆਪ ਨੂੰ ਜਵਾਨ ਸਮਝਦੀ ਆ? ਤੂੰ ਵੀ ਬੁੜੀ ਹੋ ਗਈ, ਮੈਂ ਵੀ ਬੁੜਾ ਹੋ ਗਿਆ, ਆਪਾਂ ਦੋਨੋਂ ਬਿਰਧ ਹੋ ਗਏ, ਤੇ ਇਸ ਕਰਕੇ 1000 ਰੁਪਏ ਤਾਂ ਮੈਂ ਉਹ ਰੱਖ ਲਿਆ। ਉਹਨੇ ਕਿਹਾ ਅੱਛਾ ਚਲ ਠੀਕ ਆ। ਉਹਨੇ ਕਿਹਾ ਫਿਰ ਉਹ ਦੂਸਰਾ ਜਿਹੜਾ ਸੀਗਾ ਯਤੀਮ ਆਸ਼ਰਮ ਨੂੰ ਦੇਣਾ ਸੀਗਾ, ਨਾ ਵਿਧਵਾ ਆਸ਼ਰਮ ਨੂੰ ਦੇਣਾ ਸੀਗਾ। ਉਹ ਕਹਿੰਦਾ ਵਿਧਵਾ ਆਸ਼ਰਮ ਦਾ ਤੂੰ ਸੁਣ। ਕਹਿਣ ਲੱਗਾ ਮੈਂ ਹੁਣ ਉਮਰ ਆਪਣੀ ਕੱਟ ਚੁੱਕਿਆ, ਸਾਲ ਨੂੰ ਨਹੀਂ 2 ਸਾਲ ਨੂੰ ਮਰ ਜਾਣਾ, ਤੂੰ ਵਿਧਵਾ ਹੀ ਹੋ ਜਾਣਾ, ਤੇ ਇਸ ਕਰਕੇ ਉਹ ਮੈਂ ਤੇਰੇ ਖਾਤੇ 'ਚ ਪਾਤਾ ਵਿਧਵਾ ਆਸ਼ਰਮ। ਉਹਨੇ ਕਿਹਾ ਅੱਛਾ ਚੱਲ। ਕਹਿਣ ਲੱਗੇ ਫਿਰ ਯਤੀਮ ਖਾਨੇ ਨੂੰ ਜਿਹੜਾ ਦੇਣਾ ਸੀ, ਉਹ ਕਹਿੰਦਾ ਤੂੰ ਕਿਹੜਾ ਠੇਕਾ ਲਿਖਾਇਆ, ਤੂੰ ਵੀ ਮਰ ਜਾਣਾ ਅਲਟੀਮੇਟਲੀ, ਤੇ ਫਿਰ ਆਪਣਾ ਬਨਵਾਰੀ ਲਾਲ ਯਤੀਮ ਹੀ ਹੋ ਜਾਣਾ, ਤੇ ਇਸ ਕਰਕੇ ਉਹਦੇ ਖਾਤੇ 'ਚ ਰੱਖ ਦਿੱਤਾ। ਉਹ ਕਹਿੰਦੀ ਵੀ ਕਮਾਲ ਕਰਤੀ ਤੂੰ। ਅੱਛਾ ਕਹਿੰਦੀ ਚੱਲ ਇਹ ਵੀ ਮੰਨ ਲਿਆ, ਉਹ ਜਿਹੜਾ ਸਕੂਲਾਂ ਨੂੰ ਵਿਦਿਆ ਨੂੰ ਦੇਣਾ ਸੀਗਾ ਤੇ ਉਹ ਤਾਂ ਦੇ ਆ ਸਕੂਲ ਨੂੰ। ਉਹ ਕੋਈ ਲੈ ਦੱਸ, ਜਿਹੜਾ ਆਪਣਾ ਬਨਵਾਰੀ ਪੜ੍ਹਦਾ ਤੇ ਜਿਹੜੀ ਆਪਣੀ ਊਸ਼ਾ ਪੜ੍ਹਦੀ ਆ, ਤੇ ਇਹ ਦੋਨੋਂ ਵਿਦਿਆ ਹੀ ਪੜ੍ਹਦੇ ਆ, ਤੇ ਇਹ ਜਿਹੜਾ ਸੀਗਾ ਇਹ ਵਿਦਿਆ ਆਸ਼ਰਮ ਦਾ ਇਹਨਾਂ ਨੂੰ ਦੇ ਦਿੱਤਾ। ਸੋ ਮਤਲਬ ਹੈ ਕਿ ਜਿਹੜੇ ਓਰੀਜੀਨੇਟ ਹੁੰਦੇ ਆ ਧਰਮ, ਉਹ ਮਨੋਰਥ ਸਹੀ ਨਾਲ ਹੁੰਦੇ ਆ। ਲੇਕਿਨ ਜਿਹੜੇ ਅਸੀਂ ਬਾਅਦ ਚ ਆਉਂਦੇ ਆ, ਅਸੀਂ ਇੰਟਰਪ੍ਰੀਟੇਸ਼ਨ ਕੱਢ ਕੇ ਹਰ ਇੱਕ ਗੱਲ ਦਾ ਮਹਿਨਾ ਜਿਹੜਾ ਉਲਟ ਕਰ ਲੈਂਦੇ ਆ। ਸੋ ਇਸ ਕਰਕੇ ਧਰਮ ਨੇ ਸਾਨੂੰ ਸਿਖਾਇਆ ਸੀ ਪ੍ਰੇਮ, ਲੇਕਿਨ ਅਸੀਂ ਧਰਮ ਦੀ ਵਰਸ਼ਨ ਆਪਣੇ ਮੁਤਾਬਕ ਕੱਢ ਲਈ, ਅਸੀਂ ਉਸ ਤੋਂ ਨਫ਼ਰਤ ਦਾ ਭਾਵ ਲੈ ਲਿਆ। ਸੋ ਇਸ ਕਰਕੇ ਨਹੀਂ, ਧਰਮ ਦੇ ਜਿਹੜੇ ਓਰੀਜਨਲ ਮਾਇਨੇ ਹੈਗੇ, ਜਿਹੜੇ ਸਾਨੂੰ ਮਹਾਂਪੁਰਸ਼ਾਂ ਨੇ ਦੱਸੇ ਸੀਗੇ, ਸਾਨੂੰ ਮਹਾਂਪੁਰਸ਼ਾਂ ਦੀ ਬਾਣੀ ਤੇ ਸਹੀ ਚੱਲ ਕੇ ਸਹੀ ਅਰਥ ਔਰ ਸਹੀ ਅਪਣਾਉਣਾ ਚਾਹੀਦਾ। ਜੋ ਕੁਛ ਉਹਨਾਂ ਦੇ ਉਪਦੇਸ਼ਕ ਸਾਨੂੰ ਸਹੀ ਮਾਇਨੇ ਦੱਸਦੇ, ਬਾਣੀ ਦਾ ਭਾਵ ਦੱਸਦੇ ਆ, ਉਸ ਤੇ ਚੱਲ ਕੇ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੀਦਾ। ਹੁਣ ਅਸੀਂ ਚੱਲਦੇ ਆ ਬ੍ਰੇਕ ਨੂੰ, ਬ੍ਰੇਕ ਤੋਂ ਬਾਅਦ ਮਿਲਦੇ। ਜੈ ਗੁਰਦੇਵ। ਜੈ ਗੁਰਦੇਵ। जय गुरुदेव, वेलकम बैक। जो प्रोग्राम एंड
ਜੋ ਅੰਕਲ ਜੀ ਆਰਪੀ ਸਿੰਘ ਨੇ ਪਹਿਲੇ ਗੱਲ ਕੀਤੀ ਸੀ ਉਹ ਤੋਂ ਅਸੀਂ ਅੱਜ ਕੰਟੀਨਿਊ ਕਰਦੇ। ਅੰਕਲ ਜੀ ਪਲੀਜ਼ ਕੰਟੀਨਿਊ। ਹਾਂਜੀ, ਮੈਂ ਉਹ ਜ਼ਿਕਰ ਕਰ ਰਿਹਾ ਸੀਗਾ ਕਿ ਇਹ ਸਾਰੀਆਂ ਜਿਹੜੀਆਂ ਸਾਡੀਆਂ ਗਲਤੀਆਂ ਸੀਗੀਆਂ ਇਹਨੂੰ ਅਸੀਂ ਰੈਕਟੀਫਾਈ ਕਰਦੇ ਹੁਣ ਜਿਸ ਸਟੇਜ 'ਤੇ ਆ ਗਏ ਹਾਂ ਇਸ ਤੋਂ ਅੱਗੇ ਤੁਰਨ ਦਾ ਯਤਨ ਕਰਨਾ। ਔਰ ਦੂਸਰੀ ਇੱਕ ਇੰਪੋਰਟੈਂਟ ਗੱਲ ਇਹਦੇ 'ਚ ਇਹ ਸੀਗੀ ਕਿ ਜਿਸ 50% ਵਰਗ ਨੂੰ ਇਸਤਰੀ ਵਰਗ ਨੂੰ ਇਹਨਾਂ ਨੇ ਡਿਪਰਾਈਵ ਕੀਤਾ ਸੀ, ਡਾਕਟਰ ਅੰਬੇਦਕਰ ਦੀ ਸਭ ਤੋਂ ਵੱਡੀ ਦੇਣ ਹੈਗੀ ਕਿ ਉਹਨਾਂ ਨੂੰ ਰਾਈਟ ਟੂ ਪ੍ਰਾਪਰਟੀ, ਰਾਈਟ ਟੂ ਐਜੂਕੇਸ਼ਨ ਸਾਰੇ ਦੁਬਾਰਾ ਦਿੱਤੇ। ਔਰ ਜਿਸ ਵੇਲੇ ਪਾਰਲੀਮੈਂਟ 'ਚ ਬਿੱਲ ਪਾਸ ਹੋਣਾ ਸੀਗਾ ਉਸ ਵੇਲੇ ਜਿਹੜੀ ਦੂਸਰੀ ਧਿਰ ਸੀ ਇਹਨਾਂ ਨੇ ਇਸਤਰੀ ਵਰਗ ਨੂੰ ਚੁੱਕਿਆ ਕਿ ਤੁਹਾਡੇ ਖਿਲਾਫ ਪ੍ਰਚਾਰ ਕਰ ਰਹੇ ਆ। ਔਰ ਉਹਨਾਂ ਨੇ ਇਸਤਰੀ ਵਰਗ ਨੇ ਦਿੱਲੀ ਦੀ ਮੈਂ ਗੱਲ ਸੁਣਾਉਂਦਾ ਕਿ ਉਹਨਾਂ ਨੇ ਜਲੂਸ ਕੱਢ ਕੇ ਡਾਕਟਰ ਅੰਬੇਦਕਰ ਦੀ ਕੋਠੀ ਤੇ ਗਏ। ਅੱਛਾ, ਉਹਨਾਂ ਨੇ ਉਹਦੇ ਮੁਰਦਾਬਾਦ ਦੇ ਨਾਅਰੇ ਲਏ ਤੇ ਡਾਕਟਰ ਅੰਬੇਦਕਰ ਬਾਹਰ ਆ ਕੇ ਕਹਿਣ ਲੱਗੇ ਵੀ ਬੀਬੀਓ ਵੀ ਤੁਸੀਂ ਬਹੁਤ ਚੰਗਾ ਕੀਤਾ ਵੀ ਜਿਹੜਾ ਤੁਸੀਂ ਆਪ ਚੱਲ ਕੇ ਇੱਥੇ ਆ ਗਈਆਂ, ਨਹੀਂ ਤੇ ਮੈਂ ਖੁਦ ਤੁਹਾਡੇ ਕੋਲ ਇੱਕ ਕੋਲ ਪਹੁੰਚਣ ਲਈ ਹਾਜ਼ਰ ਹੋਣ ਦੀ ਤਿਆਰੀ ਕਰ ਰਿਹਾ ਸੀਗਾ ਵੀ ਮੈਂ ਆਹ ਰਾਈਟ ਟੂ ਪ੍ਰਾਪਰਟੀ ਜਿਹੜਾ ਤੁਹਾਨੂੰ ਅੱਜ ਤੱਕ ਨਹੀਂ ਮਿਲਿਆ, ਮੈਂ ਉਹਦੇ ਵਾਸਤੇ ਵੀ ਜਿੰਨਾ ਚਿਰ ਕਿਸੇ ਕੋਲ ਰਾਈਟ ਟੂ ਪ੍ਰਾਪਰਟੀ ਹੈ ਨਹੀਂ ਉਹਨਾਂ ਤੱਕ ਉਹਦੀ ਸਵੈ ਮਾਨਤਾ ਔਰ ਉਸਦੀ ਪਛਾਣ ਕੀ ਹੈਗਾ ਵੀ ਇਹ ਦੂਸਰੇ ਵਰਗ ਨੂੰ ਅੱਜ ਤੱਕ ਰਾਈਟ ਟੂ ਪ੍ਰਾਪਰਟੀ ਨਹੀਂ ਸੀ, ਇਹਨੂੰ ਕਿਸੇ ਨੇ ਪੁੱਛਿਆ ਨਹੀਂ। ਇਸ ਕਰਕੇ ਮੈਂ ਤੁਹਾਡੇ ਲਈ ਰਾਈਟ ਟੂ ਪ੍ਰਾਪਰਟੀ ਦਿੱਤਾ ਕਿ ਤੁਹਾਡੇ ਕੋਲ ਪ੍ਰਾਪਰਟੀ ਹੋਏਗੀ, ਤੁਹਾਡੀ ਸਵੈ ਮਾਨਤਾ ਹੋਏਗੀ, ਤੁਹਾਡੀ ਇੰਡੀਪੈਂਡੈਂਟ ਵੈਲਿਊ ਹੋਏਗੀ। ਸੋ ਇਹ ਬਿੱਲ 'ਚ ਦੱਸੋ ਵੀ ਜਿਹੜੀ ਮੈਂ ਤੁਹਾਡੇ ਲਈ ਇਹ ਰਿਆਇਤ ਲੈ ਕੇ ਦੇ ਰਿਹਾ ਇਹਦੇ 'ਚ ਕੀ ਨੁਕਸ ਹੈ। ਉਹ ਕਹਿਣ ਲੱਗੇ ਜੀ ਇਹਦੇ 'ਚ ਤਾਂ ਕੋਈ ਨੁਕਸ ਨਹੀਂ। ਤੇ ਕਹਿਣ ਲੱਗੇ ਫਿਰ ਤੁਸੀਂ ਮੇਰਾ ਜਿਹੜਾ ਇਹ ਖਿਲਾਫ ਮੁਜ਼ਾਹਰਾ ਕਰ ਰਹੇ ਆ ਇਸੇ ਇਸ਼ੂ ਤੇ ਹੀ ਆ। ਤੇ ਉਹ ਫਿਰ ਕਹਿਣ ਲੱਗੀਆਂ ਵੀ ਧੰਨਵਾਦ, ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ, ਅਸੀਂ ਮੁਗਾਲਤੇ 'ਚ ਸੀ। ਸੋ ਇਸ ਕਰਕੇ ਡਾਕਟਰ ਸਾਹਿਬ ਦੀ ਜਿਹੜੀ ਦੇਣ ਸੀਗੀ ਉਹ ਵੱਖੋ ਵੱਖਰਿਆਂ ਵਰਗਾਂ ਨੂੰ ਸੀ ਔਰ ਫਿਰ ਸਮੁੱਚੇ ਤੌਰ ਤੇ ਇਹ ਦੇਸ਼ ਨੂੰ ਸੀ। ਸੋ ਇਸ ਕਰਕੇ ਐਜੂਕੇਸ਼ਨ ਦੇ ਮਸਲੇ ਦੇ ਵਿੱਚ ਜਿੱਥੋਂ ਤੱਕ ਅਸੀਂ ਪ੍ਰੋਗਰੈਸ ਕੀਤੀ ਹੈ, ਜਿਸ ਡੈਮੋਕ੍ਰੇਸੀ ਔਰ ਇਹ ਜਿਹੜਾ ਛੋਟਾ ਜਿਹਾ ਐਲੀਮੈਂਟ ਮੈਨੂੰ ਅੱਜ ਭਾਈ ਸਾਹਿਬ ਪ੍ਰਮੋਟਰ ਸਾਹਿਬ ਇਹ ਦੱਸ ਰਿਹਾ ਸੀ ਰਸਤੇ ਦੇ ਵਿੱਚ ਕਿ ਅਮਰੀਕਾ ਦੀ ਮੂਵਮੈਂਟ ਕਿੱਥੋਂ ਪੈਦਾ ਹੋਈ ਵੀ ਇੱਕ ਕਾਲੀ ਔਰਤ ਕੁਰਸੀ ਤੇ ਬੈਠੀ ਸੀਗੀ, ਇੱਕ ਦੂਸਰਾ ਗੋਰਾ ਆਇਆ, ਉਹ ਕਹਿਣ ਲੱਗਾ ਉੱਠ, ਉਹ ਕਹਿਣ ਲੱਗਾ ਕਿਉਂ ਉੱਠਾਂ, ਕਹਿਣ ਲੱਗਾ ਇਸ ਨਿੱਕੇ ਜਿਹੇ ਇਨਸਾਨ ਤੋਂ ਗੱਲ ਚੱਲੀ ਸੀਗੀ ਔਰ ਉਹ ਰੈਗੂਲੇਸ਼ਨ ਆ ਗਿਆ ਉਹ ਅਮਰੀਕਾ ਦੇ ਵਿੱਚ ਤੇ ਦੂਸਰੇ 'ਚ ਸਿਵਲ ਲਿਬਰਟੀ, ਸਿਵਲ ਰਾਈਟਸ ਜਿਹੜੇ ਸੀਗੇ। ਸੋ ਇਸ ਕਰਕੇ ਛੋਟੇ ਜਿਹੇ ਇਸ਼ੂ ਤੇ ਹੁਣ ਇਹ ਜਿਹੜਾ ਇਸਤਰੀਆਂ ਦੇ ਵਿੱਚ ਸਵੈ ਮਾਨ ਦੀ ਗੱਲ ਆ ਗਈ। ਮੈਂ ਥੋੜੇ ਦਿਨਾਂ ਦੀ ਗੱਲ ਸੁਣਾਉਂਦਾ, ਮੈਂ ਵੁਲਵਰਹੈਂਪਟਨ ਇੱਕ ਧਾਰਮਿਕ ਸੰਮੇਲਨ ਜਿਹਾ ਉਹ ਉੱਥੇ ਗਿਆ ਤੇ ਉਹ ਖਤਮ ਹੋ ਗਿਆ ਤੇ ਉਹ ਲਾਈਟ ਵੇ 'ਚ 5-4 ਬੰਦੇ ਔਰ 5-4 ਇਸਤਰੀਆਂ ਗੱਲਾਂ ਕਰ ਰਹੀਆਂ ਸੀਗੀਆਂ ਤੇ ਇੱਕ ਇਸਤਰੀ ਉਹ ਆਦਮੀ ਨੂੰ ਚੈਲੰਜ ਕਰ ਰਹੀ ਸੀ ਵੀ ਤੁਸੀਂ ਕਿਉਂ ਨਹੀਂ ਗਏ ਉੱਥੇ, ਕਿਉਂ ਨਹੀਂ ਗਏ, ਇਹ ਕਿਉਂ ਨਹੀਂ ਕੀਤਾ, ਉਹ ਕਿਉਂ ਨਹੀਂ ਕੀਤਾ। ਤੇ ਮੈਨੂੰ ਉਸਦੀ ਉਹ ਟੋਨ ਜੀ ਚੰਗੀ ਲੱਗੀ ਕਿ ਡਿਕਟੇਟਰ ਢੰਗ ਨਾਲ ਉਹ ਬੋਲ ਰਹੀ ਸੀਗੀ। ਤੇ ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਇਹ ਬੀਬੀ ਦਾ ਕੀ ਨਾਂ, ਉਹ ਕਹਿੰਦਾ ਇਹਦਾ ਨਾਂ ਭੋਲੀ ਆ। ਅੱਛਾ, ਤੇ ਮੈਂ ਉਹਨੂੰ ਕਿਹਾ, ਮੈਂ ਜਾਣਦਾ ਨਹੀਂ ਸੀ, ਮੈਂ ਉਹਨੂੰ ਕਿਹਾ ਬੀਬੀ ਵੀ ਮੇਰਾ ਜੀ ਕਰਦਾ ਵੀ ਤੈਨੂੰ ਮੈਂ ਬੀਬੀ ਭਾਗੋ ਦਾ ਤਖੱਲਸ ਦੇ ਦਿਆਂ। ਉਹ ਕਹਿੰਦੀ ਉਹ ਕੌਣ ਸੀ। ਅੱਛਾ, ਮੈਂ ਕਿਹਾ ਇਹ ਇੱਕ ਸਿੱਖ ਇਤਿਹਾਸ ਦੀ ਕਹਾਣੀ ਹੈਗੀ ਆ, ਮੈਂ 2 ਮਿੰਟਾਂ 'ਚ ਤੈਨੂੰ ਦੱਸ ਦਿੰਦਾ। ਉਹ ਕਹਿੰਦੀ ਦੱਸੋ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸੀਗੇ ਤੇ ਦੂਸਰੇ ਪਾਸੇ 1.5 ਲੱਖ ਦੇ ਕਰੀਬ ਮੁਗਲਾਂ ਦੀ ਔਰ 22 ਰਾਜਿਆਂ ਦੀ ਜਿਹੜੀ ਫੌਜ ਜਾਇੰਟ ਸੀ ਘੇਰਾ ਪਾ ਕੇ ਬੈਠੀ ਸੀਗੀ ਤੇ ਉਸ ਵੇਲੇ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ, ਰਾਸ਼ਨ ਪਾਣੀ ਖਤਮ ਹੋ ਗਿਆ, ਬੜੀਆਂ ਦਿੱਕਤਾਂ ਹੋਈਆਂ ਤੇ 40 ਬੰਦੇ ਜਿਹੜੇ ਸੀਗੇ, ਮੈਂ ਕਿਹਾ ਉਹਨਾਂ ਨੇ ਫੈਸਲਾ ਕੀਤਾ ਵੀ ਛੱਡੋ ਪਰਾਂ, ਇੰਨੀ 2 ਲੱਖ 1.5 ਲੱਖ ਦੀ ਫੌਜ ਦੇ ਵਿੱਚ 1,500 ਬੰਦਾ ਕੀ ਕਰੇਗਾ, ਮੁੜ ਕੇ ਵੀ ਮਰਨਾ ਹੀ ਹੈ, ਪਹਿਲੇ ਹੀ ਚਲੋ ਤੁਸੀਂ। ਤੇ ਮੈਂ ਕਿਹਾ ਉਥੋਂ ਨਿਕਲ ਕੇ ਆ ਗਏ ਔਰ ਮੁੜ ਕੇ ਜਦੋਂ ਅੰਮ੍ਰਿਤਸਰ ਆਪਣੇ ਘਰੀ ਪਹੁੰਚੇ, ਝਬਾਲ ਦੇ ਇਲਾਕੇ ਦੇ ਸੀ, ਮੈਂ ਕਿਹਾ ਉਹ ਮਾਈ ਜਿਹੜੀ ਮੈਂ ਤੈਨੂੰ ਭਾਗੋ ਦਾ ਨਾਂ ਦੱਸ ਰਿਹਾ, ਉਹ ਪੁੱਛਦੀ ਵੀ ਤੁਸੀਂ ਕਿੱਦਾਂ ਆ ਗਏ, ਗੁਰੂ ਸਾਹਿਬ ਕਿੱਥੇ ਆ, ਕਹਿੰਦੇ ਗੁਰੂ ਸਾਹਿਬ ਤੇ ਉੱਥੇ ਹੀ ਆ। ਕਹਿਣ ਲੱਗੇ ਫਿਰ ਤੁਸੀਂ, ਕਹਿਣ ਲੱਗੇ ਅਸੀਂ ਛੱਡ ਕੇ ਆ ਗਏ। ਕਹਿਣ ਲੱਗੇ ਤੁਹਾਨੂੰ ਸ਼ਰਮ ਨਹੀਂ ਆਈ ਕਿ ਉਹ ਗੁਰੂ ਜੀ ਨੇ ਸਭ ਕੁਝ ਤੁਹਾਡੇ ਲਈ ਦੇ ਦਿੱਤਾ, ਤੁਸੀਂ ਉਹਨੂੰ ਛੱਡ ਆਏ। ਇੰਨੀ ਦੂਰ ਤੁਸੀਂ 200 ਮੀਲ ਚੱਲ ਕੇ ਪੈਦਲ ਆਏ, ਰਾਜ ਕੋ ਤੁਹਾਨੂੰ ਦਰਿਆ ਨਹੀਂ ਲੱਭਿਆ, ਕੋਈ ਖੂਹ ਨਹੀਂ ਲੱਭਿਆ, ਤੁਸੀਂ ਡੁੱਬ ਕਿਉਂ ਨਾ ਮਰੇ, ਕਿਉਂ ਨਾ ਤੁਸੀਂ। ਤੇ ਫਿਰ ਬੀਬੀ ਨੇ ਉਹਨਾਂ ਨੂੰ ਕਿਹਾ, ਕਹਿਣ ਲੱਗਾ ਤੁਹਾਨੂੰ ਤਾਂ ਕਿਸੇ ਦਰਿਆ ਨੇ ਵੀ ਚੱਲਣਾ ਨਹੀਂ ਸੀਗਾ ਤੇ ਇਸ ਕਰਕੇ ਤੁਸੀਂ ਆ ਗਏ, ਤੁਸੀਂ ਬਹਿ ਜਾਓ, ਹੁਣ ਅਸੀਂ ਤੁਹਾਡਾ ਧੋਣਾ ਧੋਣ ਜਾਂਦੇ ਹਾਂ। ਤੇ ਉਹ ਬੀਬੀ
ਭਾਗੋ ਨੇ ਇਸਤਰੀਆਂ ਦਾ ਜਥਾ ਇਕੱਠਾ ਕਰਕੇ ਦੁਬਾਰਾ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ 'ਚ ਲੜਾਈ 'ਚ ਹਿੱਸਾ ਲਿਆ, ਸ਼ਹੀਦ ਹੋਈਆਂ। ਉਸ ਤੋਂ ਬਾਅਦ ਫਿਰ ਇਹਨਾਂ ਨੇ ਵੀ ਉਹ ਸ਼ਰਮਿੰਦਗੀ ਨੂੰ ਫੇਸ ਕਰਨ ਦੁਬਾਰਾ ਫਿਰ ਉੱਥੇ ਜਾ ਕੇ ਮੁਕਤਸਰ ਦੀ ਲੜਾਈ ਦੇ ਵਿੱਚ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਮੈਂ ਕਿਹਾ ਉਹ ਬੀਬੀ ਭਾਗੋ ਨੇ ਚੈਲੰਜ ਕਰਕੇ ਬੰਦੇ ਨੂੰ ਦੁਬਾਰਾ ਤੋਰਿਆ ਸੀ, ਤੇ ਮੈਂ ਕਿਹਾ ਵੀ ਤੂੰ ਇਸ ਤਰ੍ਹਾਂ ਇਹਨਾਂ ਨੂੰ ਬੰਦਿਆਂ ਨੂੰ ਤਿਆਰ ਕਰ ਰਹੀ ਆ, ਹੈ ਨਾ। ਚਲੋ ਉਹ ਵਿਚਾਰੀ ਖੁਸ਼ ਹੋ ਗਈ। ਸੋ ਮੇਰਾ ਮਤਲਬ ਹੈ ਜਦੋਂ 50% ਬੀਬੀਆਂ ਤੁਹਾਡੇ ਨਾਲ ਤੁਰਨਗੀਆਂ ਤੇ ਤੁਸੀਂ ਮੰਜ਼ਿਲ ਤੇ ਪਹੁੰਚਣ ਲਈ ਕੋਈ ਲੰਬੀ ਚੌੜੀ ਦੇਰ ਨਹੀਂ ਗੀ, ਸਿਰਫ ਤੁਰਨਾ ਹੈਗਾ। ਔਰ ਤੁਰਨ ਲਈ ਸਾਨੂੰ ਕੋਈ ਹਥਿਆਰ ਨਹੀਂ ਇਕੱਠੇ ਪੈਣੇ, ਸਿਰਫ ਇਹ ਹੈਗਾ ਕਿ ਆਪਸ 'ਚ ਇਤਫਾਕ ਨਾਲ ਇੱਕ ਦੂਸਰੇ ਦੇ ਨਾਲ ਮੋਢਾ ਜੋੜ ਕੇ ਤੁਰਨਾ ਹੈ। ਮੰਜ਼ਿਲ ਪਹੁੰਚੇ ਹੀ ਪਹੁੰਚੇ, ਮੰਜ਼ਿਲ ਕੋਈ ਦੂਰ ਨਹੀਂ ਹੈਗੀ। ਸੋ ਇਸ ਕਰਕੇ ਉਹ ਲਾਸਟ 'ਚ ਪ੍ਰਮੋਟਰ ਸਾਹਿਬ ਪੁੱਛਦੇ ਵੀ ਤੁਸੀਂ ਕਿਸੇ ਨੂੰ ਕੋਈ ਮੈਸੇਜ ਦੇਣਾ, ਤੇ ਉਹ ਮੈਂ ਆਪੇ ਹੀ ਗੱਲ ਇਹਨਾਂ ਦਾ ਰੋਲ ਲੈ ਲੈਣਾ ਵੀ ਮੈਸੇਜ ਮੈਂ ਆਹ ਹੀ ਦੇਣਾ। ਔਰ ਮੈਸੇਜ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਜਿੰਨੇ ਇਸ ਵਰਗ ਦੇ ਬੰਦੇ ਹੈਗੇ ਆ ਭਾਈ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਕੱਠੇ ਹੋ ਕੇ ਤੁਰ ਪਓ। ਤੁਸੀਂ ਕੁਛ ਨਹੀਂ ਕਰਨਾ, ਮੰਜ਼ਿਲ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਡੀਕ ਰਹੀ ਹੈ। ਔਰ ਮੰਜ਼ਿਲ ਤੇ ਤੁਸੀਂ ਮੰਜ਼ਿਲ ਤੁਹਾਨੂੰ ਜਿਹੜੇ ਉਹ ਮੈਂ ਅੱਗੇ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਮਹਾਂਪੁਰਸ਼ਾਂ ਨੇ ਅਸੀਸ ਦਿੱਤੀ ਹੁੰਦੀ ਆ ਉਹਦਾ ਅਸਰ ਹੁੰਦਾ। ਵੀ ਪਹਿਲੀ ਗੱਲ ਸੀਗੀ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਕਿ ਜਿਨ ਸੇਵੇ ਤਿਨ ਪਾਇਆ ਮਾਨ। ਉਹਨੇ ਤੁਹਾਡੇ ਫੇਵਰ 'ਚ ਇੱਕ ਡਿਗਰੀ ਦੇਤੀ ਕਿ ਤੁਹਾਨੂੰ ਮਾਨ ਪ੍ਰਾਪਤ ਹੋਣ ਵਾਲਾ ਹੈ। ਦੂਸਰਾ ਉਹਨਾਂ ਨੇ ਕਿਹਾ ਸੀਗਾ ਕਿ ਉਹ ਇਹ ਜਿਹੜੀ ਟੋਕੇ ਬਾਣੀ 'ਚ ਵੀ ਕਿਤੇ ਲਿਖੀ ਹੋਏਗੀ, ਉਹ ਉੱਥੇ ਜਿੱਥੇ ਬਾਬਾ ਜੀ ਨੇ ਨੌਕਰੀ ਕੀਤੀ ਸੀ ਕਪੂਰਥਲੇ 'ਚ ਜਿਹੜਾ ਹੈਗਾ ਉੱਥੇ ਗੁਰਦੁਆਰੇ ਲਿਖਿਆ ਹੈਗਾ ਕਿ ਨਾਨਕ ਹਮ ਨੀਚ ਹੈ। ਬਾਬੇ ਨੇ ਆਪਣੇ ਬਾਰੇ ਲਿਖਿਆ ਨਾਨਕ ਹਮ ਨੀਚ ਹੈ, ਨੀਚੋਂ ਸੇ ਅਤ ਨੀਚ। ਅਤ ਨੀਚ ਚ ਤੁਹਾਡੀ ਕੈਟੇਗਰੀ ਆਉਂਦੀ ਹੈ। ਨਾਨਕ ਹਮ ਨੀਚ ਹੈ, ਨੀਚੋਂ ਸੇ ਅਤ ਨੀਚ, ਤਿੰਨ ਕੇ ਸੰਗ ਸਾਥ ਹਮਾਰਾ, ਵੱਡਿਆਂ ਸਿਓ ਕਿਆ ਰੀਸ। ਉਹਨੇ ਕਿਹਾ ਮੈਂ ਤੁਹਾਡੇ ਨਾਲ ਆ, ਤੁਹਾਡੇ ਨਾਲ ਆ। ਉਹਨੇ ਇਹ ਵਰਸ਼ਨ ਦੇਤੀ, ਤੇ ਜਦੋਂ ਉਹਨੇ ਦੇਤੀ ਤੇ ਇਹ ਅਟਲ ਸਚਾਈ ਹੈ, ਉਹ ਤੁਹਾਡੀ ਬੈਕ ਤੇ ਖੜਾ ਹੈਗਾ। ਤੇ ਤੀਸਰੀ ਗੱਲ ਵੀ ਗੁਰੂ ਰਵਿਦਾਸ ਜੀ ਨੇ ਲਿਖ ਦਿੱਤਾ, ਤੁਹਾਨੂੰ ਆਸ਼ੀਰਵਾਦ ਦੇਤੀ, ਤੁਹਾਡੇ ਹੱਕ 'ਚ ਦੱਸ ਦਿੱਤਾ। ਉਹਨੇ ਕਹਿੰਦਾ ਐਸਾ ਚਾਹੂੰ ਰਾਜ ਮੈਂ, ਯਾਨੀ ਰਾਜ ਵਰਚੁਅਲੀ ਤੁਹਾਨੂੰ ਮਿਲਣਾ ਹੈ। ਉਹਨੇ ਆਸ਼ੀਰਵਾਦ ਦੇਤੀ ਹੈ ਤੇ ਅਸੀਂ ਇਹਦਾ ਮਹਿਣਾ ਕੀ ਕੱਢਦੇ ਹਾਂ ਵੀ ਉਹ ਕਹਿੰਦਾ ਵੀ ਰਾਜ ਇਦਾਂ ਦਾ ਹੋਣਾ ਚਾਹੀਦਾ। ਉਹ ਰਾਜ ਕਿਸੇ ਦਾ ਨਹੀਂ ਹੋਣਾ ਚਾਹੀਦਾ, ਰਾਜ ਤੁਹਾਡਾ ਹੋਣਾ ਚਾਹੀਦਾ ਹੈ। ਜਦੋਂ ਆਪਾਂ ਜ਼ਿਕਰ ਕਰਦੇ, ਜਦੋਂ ਮੈਂ ਕਿਸੇ ਨੂੰ ਕਹਿੰਦਾ ਕਿ ਮਕਾਨ ਇਦਾਂ ਦਾ ਹੋਣਾ ਚਾਹੀਦਾ, ਇਹਦਾ ਮਤਲਬ ਮੈਂ ਉਹ ਮਕਾਨ ਦਾ ਸੁਪਨਾ ਆਪਣੇ ਵਾਸਤੇ ਲੈਂਦਾ, ਪੜੋਸੀ ਵਾਸਤੇ ਨਹੀਂ ਲੈਂਦਾ ਕਿ ਪੜੋਸੀ ਦਾ ਇਦਾਂ ਹੋਣਾ ਚਾਹੀਦਾ। ਤੇ ਇਸ ਕਰਕੇ ਗੁਰੂ ਸਾਹਿਬ ਨੇ ਜਦੋਂ ਕਿਹਾ ਐਸਾ ਚਾਹੂੰ ਰਾਜ ਮੈਂ, ਰਾਜ ਦਾ ਮਤਲਬ ਤੁਹਾਡੇ ਲਈ ਤੁਹਾਡਾ ਰਾਜ ਇਦਾਂ ਦਾ ਹੋਣਾ ਚਾਹੀਦਾ। ਕਿੱਦਾਂ ਦਾ ਹੋਣਾ ਚਾਹੀਦਾ? ਜਹਾਂ ਮਿਲੇ ਸਭ ਕੋ ਅੰਨ। ਅੰਨ ਦਾ ਮਤਲਬ ਅਨਾਜ ਹੀ ਸਿਰਫ ਨਹੀਂ, ਅੰਨ ਦਾ ਮਤਲਬ ਪਦਾਰਥ ਜਿਹਨਾਂ ਤੋਂ ਵਾਂਝਾ ਰੱਖੇ ਗਏ ਤੁਹਾਨੂੰ। ਉੱਥੇ ਫਿਰ ਤੁਹਾਡੇ ਵਾਸਤੇ ਨਹੀਂ ਇਕੱਲਿਆਂ ਵਾਸਤੇ ਕਹਿੰਦੇ, ਜਾਂ ਸਭ ਨੂੰ ਮਿਲੇ ਅੰਨ, ਸਾਰਿਆਂ ਨੂੰ, ਕੋਈ ਭੁੱਖਾ ਨਾ ਰਹੇ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭ ਕੋ ਅੰਨ, ਛੋਟੇ ਬੜੇ ਸਭ ਸਮ ਹੋ, ਬਰਾਬਰ ਹੋਣ, ਕੋਈ ਛੋਟਾ ਵੱਡਾ ਨਾ ਹੋਵੇ। ਔਰ ਰਾਈਟ ਟੂ ਇਕੁਐਲਿਟੀ ਤੁਹਾਡੇ ਵਿਧਾਨ ਦੇ ਵਿੱਚ ਲਿਖ ਦਿੱਤਾ, ਉਹ ਵੀ ਪੂਰਾ ਹੋ ਗਿਆ। ਤੇ ਫਿਰ ਉਹ ਕਹਿੰਦਾ ਕਿ ਰਵਿਦਾਸ ਰਹੇ ਪ੍ਰਸੰਨ, ਤੇ ਮੈਂ ਫੇਰ ਖੁਸ਼ ਹੋਊਂਗਾ। ਸੋ ਇਸ ਕਰਕੇ ਤੁਸੀਂ ਭਾਈ ਸਾਹਿਬ ਆਪਣੇ ਗੁਰੂ ਨੂੰ ਖੁਸ਼ ਕਰਨ ਦੀ ਖਾਤਰ 4 ਕਦਮ ਚੱਲ ਲਓ। ਮੰਜ਼ਿਲ ਦੱਸੀ ਹੋਆ, ਆਸ਼ੀਰਵਾਦ ਤੁਹਾਡੇ ਨਾਲ ਹੈਗੀ ਆ, ਰਸਤਾ ਪੱਧਰਾ ਕਰ ਦਿੱਤਾ, ਫੇਰ ਕੀ ਦਿੱਕਤ ਹੈਗੀ ਆ? ਹੁਣ ਸਭ ਕੁਝ ਤੁਹਾਡੇ ਲਈ ਸਾਫ਼ ਹੈ। ਤੁਸੀਂ ਮੰਜ਼ਿਲ ਤੇ ਪਹੁੰਚਣ ਵਾਲੇ ਆ, ਮੰਜ਼ਿਲ ਤੇ ਪਹੁੰਚ ਜਾਓ। ਔਰ ਇੱਕ ਦੂਜੇ 'ਚ ਇਤਫਾਕ ਨਾਲ, ਪ੍ਰੇਮ ਨਾਲ, ਇੱਕ ਦੂਜੇ ਦੀਆਂ ਬਾਹਾਂ ਲੱਤਾਂ ਨਹੀਂ ਖਿੱਚਣੀਆਂ, ਬਸ ਤੁਰੇ ਚਲੋ, ਮੰਜ਼ਿਲ ਆਉਣ ਵਾਲੀ ਹੈ। ਅੱਛਾ, ਥੈਂਕ ਯੂ ਅੰਕਲ ਜੀ, ਤੁਹਾਡੇ ਵਿਚਾਰ ਵੈਰੀ ਗੁੱਡ ਆ। ਹੁਣ ਅਸੀਂ ਚੱਲਦੇ ਆ ਗਗਨ ਸਾਹਿਬ ਕੋਲ, ਤਾਂ ਉਹ ਦੱਸੋਗੇ ਆਪਣੇ ਵਿਚਾਰ ਥੋੜੇ ਜਿਹੇ। ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ। ਰਾਜ ਸਾਹਿਬ ਬਿਲਕੁਲ ਅੰਕਲ ਹੋਣਾ ਦੀ ਗੱਲ ਦੇ ਨਾਲ ਮੈਂ ਪੂਰਾ ਸਹਿਮਤ ਹਾਂ ਕਿ ਜਿਹੜੀ ਵਰਗ ਵਿਵਸਥਾ ਇਹਨਾਂ ਨੇ ਦੱਸੀ, ਜਿਹੜੀ ਵਰਨ ਸਾਨੂੰ ਵੰਡਿਆ ਗਿਆ ਸੀਗਾ, ਉਹ ਬਿਲਕੁਲ ਸਾਡਾ ਕਾਲਾ ਇਤਿਹਾਸ ਸੀ। ਔਰ ਮੈਂ ਇਸ ਗੱਲ ਨਾਲ ਵੀ ਸਹਿਮਤ ਹੈ ਕਿ ਅੱਜ ਵੀ ਅਸੀਂ ਉਸੇ ਲੈਵਲ ਤੇ ਹਾਂ। ਹਾਂਜੀ, ਟਾਈਮ ਚੇਂਜ ਹੋ ਗਿਆ, ਤਰੀਕਾ ਚੇਂਜ ਹੋ ਗਿਆ, ਬਟ ਜਿਹੜੀ ਮੇਨ ਗੱਲ ਆ ਕਿ ਸਾਨੂੰ ਅਜੇ ਵੀ ਦੱਬਿਆ ਹੀ ਜਾ ਰਿਹਾ, ਔਰ ਅਸੀਂ ਖੁਦ ਦੱਬੇ ਜਾ ਰਹੇ ਹਾਂ। ਇਹ ਵੀ ਅੰਕਲ ਲੱਗਦਾ, ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ, ਕਿ
ਸ਼ਾਇਦ ਅਸੀਂ ਯੂਜ਼ਡ ਟੂ ਹੋ ਗਏ ਜਾਂ ਗੁਲਾਮੀ ਦੀ ਜ਼ਿੰਦਗੀ ਰਹਿਣ ਲਈ। ਸਹੀ ਬਾਤ ਹੈ, ਸਹੀ ਹੈ। ਰਵਿਦਾਸ ਮਹਾਰਾਜ ਨੇ ਖੁਦ ਕਿਹਾ ਸੀ ਕਿ ਪਰਾਧੀਨਤਾ ਪਾਪ ਹੈ। ਜੇ ਉਹ ਇੰਨੇ ਸਾਲਾਂ ਪਹਿਲਾਂ ਸਾਨੂੰ ਕਹਿ ਗਏ ਕਿ ਇਹ ਕਿਸੇ ਦੇ ਅਧੀਨ ਰਹਿਣਾ ਪਾਪ ਆ, ਤੇ ਅਸੀਂ ਕਿਉਂ ਅੱਜ ਲੋਕਾਂ ਦੇ ਅਧੀਨ ਰਹਿਣ ਦੇ ਲਈ ਉਤਸੁਕ ਕਹਿੰਦੇ, ਇਹਨੂੰ ਮੈਂ ਉਤਸੁਕ ਕਹਾਂ ਤਾਂ ਮੇਰੇ ਹਿਸਾਬ ਨਾਲ ਕੋਈ ਅਤੀ ਕਥਨ ਹੀ ਨਹੀਂ ਹੋਊਗੀ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਅਸੀਂ ਕਿਸੇ ਦੇ ਅਧੀਨ ਹੀ ਰਹੀਏ। ਗੱਲ ਅੱਜ ਦੇ ਹੁਣ ਦੇ ਯੁੱਗ ਦੀ ਕਰੀਏ। ਡਾਕਟਰ ਸਾਹਿਬ ਅੰਬੇਡਕਰ ਦੀ ਅੰਕਲ ਤੁਸੀਂ ਗੱਲ ਕੀਤੀ, ਮੈਂ ਇਹ ਸੋਚਦਾ ਕਿ ਜੇ ਉਹ ਨਾ ਹੁੰਦੇ, ਡਾਕਟਰ ਸਾਹਿਬ ਨਾ ਹੁੰਦੇ, ਸਾਨੂੰ ਅਧਿਕਾਰ ਨਾ ਮਿਲਦੇ, ਜੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨਾ ਹੁੰਦੇ, ਤੇ ਅੱਜ ਅਸੀਂ ਕਿੱਥੇ ਹੁੰਦੇ। ਔਰ ਜੇ ਅਸੀਂ ਉਹਨਾਂ ਦੇ ਕੀਤੇ ਨੂੰ ਅੱਜ ਭੁੱਲ ਜਾਈਏ ਔਰ ਉਹਨਾਂ ਨੂੰ ਅਸੀਂ ਇੱਕ ਪਾਸੇ ਕਰ ਦਈਏ ਤਾਂ ਫਿਰ ਸਾਡੀ ਹੋਂਦ ਕੋਈ ਹੋਂਦ ਨਹੀਂ, ਹਾਂਜੀ, ਫਿਰ ਸਾਡਾ ਜੀਣਾ ਕੋਈ ਜੀਣਾ ਨਹੀਂ। ਅੱਜ ਲੋੜ ਹੈ ਇਕੱਠੇ ਹੋਣ ਦੀ, ਇਕੱਠੇ ਹੋ ਕੇ ਉਸ ਚੀਜ਼ ਨੂੰ ਪ੍ਰਮੋਟ ਕਰਨੇ ਦੀ, ਆਪਣੇ ਆਪ ਨੂੰ ਆਪਣੀ ਇੱਕ ਆਇਡੈਂਟੀਟੀ ਕਾਇਮ ਕਰਨੇ ਦੀ। ਸਾਨੂੰ ਆਪਣੀ ਆਇਡੈਂਟੀਟੀ ਆਪ ਬਣਾਉਣੀ ਪੈਣੀ ਹੈ। ਸਾਰੀ ਦੁਨੀਆ ਲਈ, ਸਾਰੇ ਹਿੰਦੁਸਤਾਨ ਲਈ ਸਾਡੇ ਲੋਕਾਂ ਨੇ ਕੰਮ ਕੀਤਾ, ਅੱਜ ਤੱਕ ਗੁਲਾਮੀ ਕੀਤੀ, ਕੰਮ ਕੀਤਾ, ਉਹਨਾਂ ਲਈ ਸੇਵਾ ਉਹਨਾਂ ਦੀ ਕਰਦੇ ਰਹੇ, ਪਰ ਸਾਨੂੰ ਮਿਲਿਆ ਕਿ ਸਾਡੀ ਆਪਣੀ ਆਇਡੈਂਟੀਟੀ ਵੀ ਨਹੀਂ ਮਿਲ ਸਕੀ। ਫਿਰ ਅਸੀਂ ਰਹੇ ਚਮਾਰ ਜਾਂ ਰਵਿਦਾਸੀਏ। ਜਿਹੜੇ ਵੀ ਧਰਮ 'ਚ ਅਸੀਂ ਗਏ, ਅਸੀਂ ਉਹਨਾਂ ਦੀ ਹੈਲਪ ਕੀਤੀ, ਉਹਨਾਂ ਦੀ ਸਪੋਰਟ ਕੀਤੀ, ਉਹਨਾਂ ਲਈ ਅਸੀਂ ਤਨ ਮਨ ਧਨ ਨਾਲ ਸੇਵਾ ਕੀਤੀ, ਪਰ ਸਾਨੂੰ ਕੀ ਮਿਲਿਆ? ਫਿਰ ਜਦੋਂ ਆਪਣਾ ਟਾਈਮ ਆਇਆ ਸਾਰਿਆਂ ਨੇ ਕਹਿਤਾ ਨਹੀਂ ਤੇ ਤੁਸੀਂ ਆਪਣੇ ਆਪ ਆ, ਸਾਡੇ ਨਾਲ ਨਹੀਂ ਹੈ। ਪਰ ਜਦੋਂ ਸਾਡੀ ਜ਼ਰੂਰਤ ਸੀਗੀ ਉਦੋਂ ਕਹਿੰਦੇ ਸੀਗੇ ਤੁਸੀਂ ਸਾਡੇ ਨਾਲ ਆ। ਅੱਜ ਵੀ ਇਹੀ ਗੱਲ ਹੋ ਰਹੀ ਹੈ, ਹੈ ਨਾ? ਬਿਲਕੁਲ ਜੀ। ਸਾਨੂੰ ਸਿਰਫ ਇੱਕ ਟੂਲ ਦੇ ਤੌਰ ਤੇ ਯੂਜ਼ ਕੀਤਾ ਗਿਆ, ਹੋਰ ਕੁਝ ਨਹੀਂ। ਇੱਕ ਪੈਰ ਦੀ ਜੁੱਤੀ ਸਮਝਿਆ ਗਿਆ। ਜਦੋਂ ਵਰਗ ਵਿਵਸਥਾ ਬਣੀ ਆ, ਉਦੋਂ ਵੀ ਟੌਪ ਤੇ ਕੋਈ ਹੋਰ ਸੀ, ਮਿਡਲ 'ਚ ਕੋਈ ਹੋਰ, ਤੇ ਅਸੀਂ ਉਦੋਂ ਵੀ ਥੱਲੇ ਪੈ ਰਹੀ ਸੀਗੇ। ਤੇ ਅੱਜ ਵੀ ਮੇਰੇ ਹਿਸਾਬ ਨਾਲ ਅਸੀਂ ਪੈ ਰਹੇ ਹਾਂ, ਜਿਹੜਾ ਮਰਜ਼ੀ ਸਾਨੂੰ ਪਾ ਲਵੇ, ਜਿਹੜਾ ਮਰਜ਼ੀ ਸਾਨੂੰ ਲਾ ਲਵੇ। ਸੋ ਜੇ ਅਸੀਂ ਉਹ ਚੀਜ਼ ਨੂੰ ਖਤਮ ਕਰਨਾ, ਅਸੀਂ ਇੱਕ ਗੱਲ ਲਈ ਸਾਰੇ ਸਹਿਮਤ ਆ ਕਿ ਰਵਿਦਾਸੀਆ ਧਰਮ ਐਸਟੈਬਲਿਸ਼ ਹੋ ਚੁੱਕਾ। ਹਰ ਕੋਈ ਸਹਿਮਤ ਹੈ ਇਸ ਗੱਲ ਨਾਲ। ਅਸੀਂ ਆਪ ਨਹੀਂ ਬਣਾਇਆ, ਸਾਨੂੰ ਫੋਰਸ ਕੀਤਾ ਗਿਆ ਬਣਾਉਣ ਲਈ, ਜਿਹਦੇ ਵਿੱਚ ਮੇਰੇ ਖਿਆਲ ਨਾਲ ਕੋਈ ਗਲਤ ਗੱਲ ਨਹੀਂ। ਫੋਰਸ ਕਰਕੇ ਸਾਨੂੰ ਇੰਨਾ ਕੁ ਦਰਕਾਰਿਆ ਗਿਆ, ਸਾਨੂੰ ਇੰਨਾ ਕੁ ਤੰਗ ਕੀਤਾ ਗਿਆ, ਜਾਂ ਸਾਨੂੰ ਇੰਨਾ ਕੁ ਤਸੀਹੇ ਦਿੱਤੇ ਗਏ ਅੱਜ ਤੱਕ ਕਿ ਸਾਨੂੰ ਇਹ ਸੋਚਣ ਤੇ ਮਜਬੂਰ ਹੋਣਾ ਪਿਆ ਕਿ ਸਾਡਾ ਆਪਣਾ ਕੀ ਆ, ਸਾਡੀ ਆਇਡੈਂਟੀਟੀ ਕੀ ਆ। ਸੋ ਉਹਦੇ ਲਈ ਰਵਿਦਾਸੀਆ ਧਰਮ ਬਣਿਆ। ਸੋ ਰਵਿਦਾਸੀਆ ਧਰਮ ਇਨਕੰਪਲੀਟ ਸੀ ਕਿ ਉਹਦੇ ਲਈ ਸਾਡਾ ਆਪਣਾ ਗ੍ਰੰਥ ਨਹੀਂ ਸੀ, ਕੋਈ ਧਾਰਮਿਕ ਸਾਡੀ ਬੁੱਕ ਨਹੀਂ ਸੀ, ਸਾਡਾ ਧਾਰਮਿਕ ਗ੍ਰੰਥ ਨਹੀਂ ਸੀ, ਜਿਹਦੀ ਪੂਰਤੀ ਹੁਣ ਹੋ ਚੁੱਕੀ ਆ। ਅੰਮ੍ਰਿਤ ਬਾਣੀ ਐਸਟੈਬਲਿਸ਼ ਹੋ ਗਈ। ਅੰਮ੍ਰਿਤ ਬਾਣੀ ਕੀ ਆ, ਉਹਦੇ ਬਾਰੇ ਮੈਂ ਥੋੜਾ ਜਿਹਾ ਕਲੀਅਰ ਕਰ ਦਵਾਂ ਕਿ ਲੋਕਾਂ ਨੂੰ ਬਹੁਤ ਸਾਰੇ ਕਨਫਿਊਜ਼ਨ ਹੈ। ਅੰਮ੍ਰਿਤ ਬਾਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਲਿਖੀ ਹੋਈ ਸੰਪੂਰਨ ਬਾਣੀ ਹੈ, ਜਾਂ ਉਹ ਧੁਰ ਕੀ ਬਾਣੀ ਆ, ਉਹ ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਹੋ ਜਿਹੇ ਵਿਦਵਾਨ, ਇਹੋ ਜਿਹੇ ਗੁਰੂ ਹੋਏ ਜਿਨ੍ਹਾਂ ਨੇ ਕਿ ਸਟੇਟ ਸਿਸਟਮ ਨੂੰ ਸਭ ਤੋਂ ਪਹਿਲਾਂ ਬਹੁਤ ਚੰਗੀ ਤਰ੍ਹਾਂ ਕਲਾਸੀਫਾਈ ਕੀਤਾ। ਦੁਨੀਆ ਦੇ ਵਿੱਚ ਫਿਲਾਸਫਰ ਹੋਏ ਜਿਨ੍ਹਾਂ ਨੇ ਸਟੇਟ ਸਿਸਟਮ ਨੂੰ ਲੋਕਾਂ ਨੂੰ ਦੱਸਿਆ ਕਿ ਸਟੇਟ ਐਦਾਂ ਦਾ ਹੋਣਾ ਚਾਹੀਦਾ, ਜਿਹਦੇ ਵਿੱਚ ਹਰ ਕੋਈ ਇਕੁਅਲ ਹੋਵੇ, ਹਰ ਕਿਸੇ ਨੂੰ ਸਾਰੇ ਰਾਈਟਸ ਮਿਲਣ। ਉਹਨਾਂ ਦੀ ਸਟੱਡੀ ਹੁੰਦੀ ਆ, ਉਹਨਾਂ ਨੂੰ ਅਸੀਂ ਪੜ੍ਹਦੇ ਆ। ਪਰ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਨੇ ਕਿ ਸਟੇਟ ਸਿਸਟਮ ਨੂੰ ਇੰਨਾ ਕਲੀਅਰਲੀ ਦੱਸਿਆ ਕਿ ਹਰ ਕੋਈ ਇਕੁਅਲ ਹੋਣਾ ਚਾਹੀਦਾ, ਔਰ ਉਹ ਵਧੀਆ ਬੇਗਮਪੁਰ ਮੀਨਸ ਜਿੱਥੇ ਕੋਈ ਗਮ ਹੀ ਨਾ ਹੋਵੇ, ਕਿਸੇ ਨੂੰ ਕੋਈ ਗਮ ਨਾ ਹੋਵੇ। ਪਰ ਉਹਨਾਂ ਦੀ ਫਿਲਾਸਫੀ ਨੂੰ ਕਿਉਂ ਨਹੀਂ ਪੜਿਆ ਗਿਆ, ਉਹਨਾਂ ਦੀ ਫਿਲਾਸਫੀ ਨੂੰ ਕਿਉਂ ਨਹੀਂ ਪ੍ਰਮੋਟ ਕੀਤਾ ਗਿਆ ਅੱਜ ਤੱਕ? ਰੀਜ਼ਨ ਇੱਕੋ ਹੀ ਕਿ ਨਾ ਸਾਨੂੰ ਪੜ੍ਹਾਈ ਦਿੱਤੀ ਗਈ, ਔਰ ਨਾ ਸਾਡੇ ਕੋਲ ਪੈਸਾ ਸੀ, ਨਾ ਸਾਨੂੰ ਪਾਵਰ ਦਿੱਤੀ ਗਈ ਕਿ ਅਸੀਂ ਉਹਨਾਂ ਦੀ ਫਿਲਾਸਫੀ ਨੂੰ ਪ੍ਰਮੋਟ ਕਰ ਸਕਦੇ। ਅੱਜ ਸਾਡੇ ਕੋਲ ਚਾਂਸ ਆ, ਸਾਡੇ ਕੋਲ ਟਾਈਮ ਆ, ਸਾਡੇ ਕੋਲ ਪੈਸਾ ਵੀ ਆ, ਔਰ ਸਾਡੇ ਕੋਲ ਨੌਲੇਜ ਵੀ ਆ, ਸਾਡੇ ਕੋਲ ਐਜੂਕੇਸ਼ਨ ਵੀ ਹੈ। ਸੋ ਇਹ ਟਾਈਮ ਹੋਣਿਆ ਕਿ ਅਸੀਂ ਉਹਨਾਂ ਦੀ ਫਿਲਾਸਫੀ ਨੂੰ ਪ੍ਰਮੋਟ ਕਰੀਏ ਤੇ ਦੁਨੀਆ ਨੂੰ ਦਿਖਾਈਏ ਕਿ ਐਦਾਂ ਦੇ ਸੇਂਟ, ਐਦਾਂ ਦੇ ਗੁਰੂ ਹੋਏ ਆ ਸਾਡੇ, ਜਿਹੜੇ ਕਿ ਐਦਾਂ ਦਾ ਰਾਜ ਚਾਹੁੰਦੇ ਸੀ ਜਿਹਨੂੰ ਕਿ ਅੱਜ ਹਰ ਦੁਨੀਆ ਦਾ ਕੰਟਰੀ ਚਾਹੁੰਦਾ। UNO ਚਾਹੁੰਦਾ ਕਿ ਹਿਊਮਨ ਰਾਈਟਸ ਇਕੁਐਲਿਟੀ ਹੋਵੇ, ਜਿਹਨੇ ਉਹਨਾਂ ਨੇ ਕਿ ਇੰਨੇ 100 ਸਾਲਾਂ ਪਹਿਲਾਂ ਗੱਲ ਕਰ ਦਿੱਤੀ। ਸੋ ਮੇਰੀ ਤਾਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਆ ਕਿ ਅੰਮ੍ਰਿਤ ਬਾਣੀ ਔਰ ਰਵਿਦਾਸੀਆ ਧਰਮ, ਜੇ ਆਪਣੀ ਆਇਡੈਂਟੀਟੀ ਕਾਇਮ ਕਰਨੀ ਤਾਂ ਇਹਨਾਂ ਨੂੰ ਅਪਣਾਓ ਔਰ ਕਿਸੇ ਤੋਂ ਸੰਗੋ ਨਾ। ਸਭ ਤੋਂ ਵੱਡਾ ਗੱਲ ਆ ਸਾਡੇ ਵਿੱਚ ਇੱਕ ਸੰਗ, ਇੱਕ ਡਰ। ਅੱਜ ਤੱਕ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਡਰ ਕਿਸ ਚੀਜ਼ ਦਾ। ਜਦ ਕਨਸਟੀਟਿਊਸ਼ਨ, ਕਿਸੇ ਵੀ ਕੰਟਰੀ ਦਾ ਕਨਸਟੀਟਿਊਸ਼ਨ ਲੈ ਲਓ, ਕਿਸੇ ਵੀ ਕੰਟਰੀ ਦਾ ਸਿਸਟਮ ਲੈ ਲਓ,
ਤੁਹਾਨੂੰ ਇਹ ਪੂਰਾ ਰਾਈਟ ਹੈ ਕਿ ਕਿਸੇ ਵੀ ਧਰਮ ਨੂੰ ਤੁਸੀਂ ਅਪਣਾ ਸਕਦੇ ਆ, ਕਿਸੇ ਵੀ ਧਰਮ ਦੀ ਪ੍ਰੈਕਟਿਸ ਕਰ ਸਕਦੇ ਆ, ਕੋਈ ਵੀ ਨਵਾਂ ਧਰਮ ਤੁਸੀਂ ਬਣਾ ਸਕਦੇ ਆ। ਤੇ ਜੇ ਅੱਜ ਅਸੀਂ ਨਵਾਂ ਧਰਮ ਆਪਣਾ ਬਣਾਇਆ ਜਿਹੜਾ ਕਿ ਸਦੀਆਂ ਪਹਿਲਾਂ ਬਣ ਚੁੱਕਾ ਸੀਗਾ, ਸਿਰਫ ਅਸੀਂ ਐਸਟੈਬਲਿਸ਼ ਅੱਜ ਕੀਤਾ ਜਾਂ ਇੰਪਲੀਮੈਂਟ ਅੱਜ ਕੀਤਾ, ਤੇ ਪ੍ਰੋਬਲਮ ਕਿੱਥੇ ਆ? ਤੇ ਡਰ ਕਾਹਦਾ? ਸਾਨੂੰ ਡਰਨੇ ਦੀ ਕੋਈ ਲੋੜ ਹੈ ਨਹੀਂ। ਹਾਂ, ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦੀ ਲੋੜ ਆ, ਡਰ ਮਨਾਂ ਚੋਂ ਕੱਢਣ ਦੀ ਲੋੜ ਆ, ਇੱਕ ਯੂਨਿਟੀ ਦੀ ਲੋੜ ਆ। ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਬਜਾਏ ਜੇ ਇੱਕ ਦੂਜੇ ਨੂੰ ਸਪੋਰਟ ਕਰਨੀ ਸ਼ੁਰੂ ਕਰੀਏ, ਮੈਂ ਕਹਿੰਦਾ ਕਿ ਆਉਣ ਵਾਲੇ ਕੁਝ ਸਾਲਾਂ 'ਚ ਸਾਡਾ ਕੁਛ ਨਾ ਕੁਛ ਬਣ ਸਕਦਾ। ਹਾਂਜੀ, ਇਹ ਮੇਰਾ ਕਹਿਣਾ ਆ। ਬਾਕੀ ਜਿਹੜੀ ਗੱਲ ਰਹੀ ਅੰਕਲ ਹੁਣਾਂ ਦੀ ਰਾਈਟਸ ਬਾਰੇ, ਕਿ ਐਜੂਕੇਸ਼ਨ ਰਾਈਟ, ਦ ਲੈਂਡ ਐਕਟ ਰਾਈਟ ਜਿਹੜੇ ਸਾਨੂੰ ਮਿਲੇ ਆ, ਉਹ ਹੁਣ ਮਿਲੇ ਜਾ ਕੇ। ਅੰਕਲ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਸੀਂ 50-60 ਸਾਲ ਪਹਿਲਾਂ ਤੱਕ ਗੁਲਾਮ ਹੀ ਸੀਗੇ। ਬਿਲਕੁਲ ਸਹੀ ਬਾਤ ਹੈ, ਯੂ ਆਰ ਰਾਈਟ। ਸੰਤ ਸਰਵਣ ਦਾਸ ਹੁਣੀ ਬੱਲਾਂ ਵਾਲੇ, ਉਹਨਾਂ ਦੀ ਮੈਂ ਇੱਕ ਗੱਲ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਕਿ ਉਹ ਇੱਕ ਗੱਲ ਬਹੁਤ ਕਹਿੰਦੇ ਹੁੰਦੇ ਸੀਗੇ ਆਪਣੇ ਲੋਕਾਂ ਨੂੰ, ਆਪਣੀ ਸੰਗਤ ਨੂੰ, ਕਿ ਹਿੰਦੁਸਤਾਨ ਆਜ਼ਾਦ ਹੋ ਗਿਆ ਪਰ ਤੁਸੀਂ ਹਜੇ ਗੁਲਾਮ ਦੇ ਗੁਲਾਮ ਹੋ। ਤੁਹਾਡੀ ਗੁਲਾਮੀ ਉਦਣ ਘੱਟ ਹੋਣੀ ਜਿੱਦਣ ਸਾਰਾ ਕੁਝ ਤੁਹਾਡਾ ਆਪਣਾ ਹੋਣਾ। ਤੇ ਉਹਦੇ ਲਈ ਇੱਕ ਉਹਨਾਂ ਨੇ ਗੱਲ ਜ਼ਰੂਰ ਕਹੀ ਸੀ, ਐਜੂਕੇਸ਼ਨ ਜ਼ਰੂਰੀ ਆ। ਪੜ੍ਹੋ ਔਰ ਆਪਣੇ ਰਾਈਟਸ ਨੂੰ ਸਮਝਣ ਦੀ ਟਰਾਈ ਕਰੋ ਤੇ ਆਪਣਾ ਕੁਝ ਬਣਾਉਣ ਦੀ ਟਰਾਈ ਕਰੋ, ਜਿਹੜੀ ਕਿ ਅੱਜ ਲੋੜ ਆ। ਰਾਦਰ ਦਨ ਅਸੀਂ ਆਪਸ ਵਿੱਚ ਲੜਨੇ ਦੇ ਨਾਲੋਂ ਇੱਕ ਟੇਬਲ ਤੇ ਇਕੱਠੇ ਹੋ ਕੇ ਬੈਠੀਏ, ਇੱਕ ਦੂਜੇ ਦੇ ਦੁੱਖ ਸੁੱਖ ਨੂੰ ਸਮਝੀਏ ਔਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਤੇ ਅਸੀਂ ਕਿਸੇ ਮੰਜ਼ਿਲ ਤੇ ਪਹੁੰਚ ਸਕੀਏ। ਮੰਜ਼ਿਲ ਦੂਰ ਨਹੀਂ, ਮੰਜ਼ਿਲ ਹੁਣ ਸਾਡੇ ਤੋਂ ਦੂਰ ਨਹੀਂ ਅੰਕਲ। ਠੀਕ ਠੀਕ। ਹੁਣ ਮੰਜ਼ਿਲ ਬਹੁਤ ਦੂਰ ਨਹੀਂ, ਸਿਰਫ ਇਹ ਆ ਕਿ ਇੱਕ ਦੂਜੇ ਦੀ ਸਪੋਰਟ ਦੀ ਹੁਣ ਲੋੜ ਆ। ਇਹ ਤੋਂ ਇਲਾਵਾ ਮੈਂ ਕੁਛ ਨਹੀਂ, ਮੈਨੂੰ ਇਹ ਤੋਂ ਇਲਾਵਾ ਕੁਛ ਨਹੀਂ ਦਿਖਾਈ ਦਿੰਦਾ ਕਿ ਕੋਈ ਉਹਦੇ ਵਿੱਚ ਗਲਤੀ ਹੋਊਗੀ ਜਾਂ ਕੋਈ ਹੋਰ ਪ੍ਰੋਬਲਮ ਆ। ਸਿਰਫ ਇੱਕ ਕੋਆਪਰੇਸ਼ਨ ਦੀ ਲੋੜ ਆ ਹੁਣ, ਇਹ ਤੋਂ ਇਲਾਵਾ ਕੁਛ ਨਹੀਂ। ਓਕੇ, ਤਾਂ ਇੱਕ ਹੋਰ ਤੁਸੀਂ ਅੰਮ੍ਰਿਤ ਬਾਣੀ ਤੇ ਸ਼ੁਰੂ ਕੀਤਾ ਕਿ ਕੁਛ ਜੋ 40 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ ਹੈ ਐਂਡ ਜੋ ਬਾਕੀ ਅੰਮ੍ਰਿਤ ਬਾਣੀ ਦੇ, ਉਹਦੇ ਬਾਰੇ ਇੱਕ ਥੋੜਾ ਜਿਹਾ ਕੁਛ ਨੌਲੇਜ ਹੈ? ਦੇਖੋ ਰਾਜ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਦਰਜ ਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ, ਪਰ ਜੋ ਹੁਣ ਅੰਮ੍ਰਿਤ ਬਾਣੀ ਬਣਾਈ ਗਈ ਉਹ 'ਚ ਉਹਨਾਂ ਦੀ ਉਹ ਸਾਰੀ ਬਾਣੀ ਪਾਈ ਗਈ ਜੋ ਉਸ ਟਾਈਮ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਪਾਈ ਸੀ। ਜਦੋਂ ਵੀ ਕੋਈ ਚੀਜ਼ ਆਪਾਂ ਇੱਕ ਚੀਜ਼ ਕ੍ਰੀਏਟ ਕਰਦੇ ਆ, ਉਸ ਟਾਈਮ ਤੇ ਅਸੀਂ ਚੂਜ਼ ਕਰਦੇ ਹਾਂ ਕਿਹੜੀ ਚੀਜ਼ ਕਿੱਥੋਂ ਮਟੀਰੀਅਲ ਲੈਣਾ। ਇੱਕ ਆਪਾਂ ਘਰ ਹੀ ਬਣਾਉਂਦੇ ਆ, ਸਪੋਜ਼ ਇੱਕ ਘਰ ਬਣਾਇਆ, ਉਹਦੇ ਲਈ ਸਾਨੂੰ ਪਤਾ ਸੀਮੈਂਟ ਕਿੰਨਾ ਚਾਹੀਦਾ, ਸਾਨੂੰ ਸਰੀਆ ਕਿੰਨਾ ਚਾਹੀਦਾ, ਸਾਨੂੰ ਬ੍ਰਿਕਸ ਜਾਂ ਇੱਟਾਂ ਕਿੰਨੀਆਂ ਚਾਹੀਦੀਆਂ। ਸੋ ਹਰ ਮਟੀਰੀਅਲ ਇਕੱਠਾ ਕਰਨੇ ਦੇ ਨਾਲ ਉਹਦੀ ਅਮਾਊਂਟ ਕਿੰਨਾ ਚਾਹੀਦਾ ਜਾਂ ਕਿਹੜੀ ਚੀਜ਼ ਰੈਲੇਵੈਂਟ ਆ ਉਹਨੂੰ ਬਣਾਉਣ ਲਈ ਘਰ ਨੂੰ। ਸੋ ਉਹ ਇੱਕ ਘਰ ਬਣ ਗਿਆ ਮਟੀਰੀਅਲ ਇਕੱਠਾ ਕਰਕੇ। ਪਰ ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਜਾਂ ਜਿਹੜੀ ਰੈਲੇਵੈਂਟ ਨਹੀਂ ਹੈਗੀ, ਉਹਨੂੰ ਅਸੀਂ ਯੂਜ਼ ਨਹੀਂ ਕਰਦੇ। ਸੋ ਰਵਿਦਾਸ ਮਹਾਰਾਜ ਜੀ ਨੇ ਸਿਰਫ 40 ਸ਼ਬਦ ਨਹੀਂ ਲਿਖੇ, ਉਹਨਾਂ ਨੇ ਆਪਣੇ ਉਹ ਐਡੇ ਵੱਡੇ ਪੋਇਟ ਸੀਗੇ, ਰਿਲੀਜੀਅਸ ਪੋਇਟ ਸੀਗੇ ਕਿ ਜਿਨ੍ਹਾਂ ਨੇ ਸਾਰੀ ਉਮਰ ਲਿਖਿਆ ਹੀ, ਲੋਕਾਂ ਨੂੰ ਸਿਖਾਇਆ। ਗੁਰੂ ਸੀ ਉਹ ਰਾਜੇ ਔਰ ਰਾਣੀਆਂ ਉਹਨਾਂ ਦੇ ਜੇ ਚੇਲੇ ਬਣੇ, ਭਗਤ ਬਣੇ, ਇਹਦਾ ਮਤਲਬ ਇਹ ਕਿ ਉਹ ਪੂਰਨ ਗੁਰੂ ਸੀ, ਸੰਪੂਰਨ ਗੁਰੂ ਸੀਗੇ। ਔਰ ਉਹਨਾਂ ਨੇ ਕਿਤੇ 40 ਸ਼ਬਦ ਹੀ ਨਹੀਂ ਲਿਖੇ ਸੀ, ਬਹੁਤ ਬਾਣੀ ਲਿਖੀ, ਜਿਹੜੀ ਕਿ ਸਾਰੀ ਇਕੱਤਰ ਕਰਕੇ ਹੁਣ ਅੰਮ੍ਰਿਤ ਬਾਣੀ ਦੇ ਰੂਪ ਦੇ ਵਿੱਚ ਬਣਾਈ ਗਈ ਹੈ। ਓਕੇ, ਮੈਂ ਇਹ ਵੀ ਪੁੱਛ ਸਕਦਾ ਕਿ ਤੇਰੇ ਚੋਂ ਕਾਂਚੀ ਵੀ ਕੋਈ ਜਾ ਚੁੱਕਾ ਹੈ ਅੱਜ ਤੱਕ? ਜਦੋਂ ਬੇਗਮਪੁਰ ਦਾ ਯਾਤਰਾ ਚੱਲਦਾ ਹੈ ਤੇ ਤੁਸੀਂ ਗਏ ਆ? ਦੇਖੋ ਜੀ ਰਾਜ ਸਾਹਿਬ, ਮੈਂ ਜਦੋਂ ਕਾਂਚੀ ਦਾ ਮੰਦਿਰ ਲਿਆ ਸੀ ਵਾਪਸ, ਮੈਂ ਉਸ ਟਾਈਮ ਤੇ ਉੱਥੇ ਰਿਹਾ ਔਰ ਬਹੁਤ ਘਾਲ ਕੇ ਉਹ ਮੰਦਿਰ ਵਾਪਸ ਮਿਲਿਆ, ਜਾਂ ਉਹਨੂੰ ਮੈਂ ਉਸ ਮੰਦਿਰ ਨੂੰ ਬਣਦਿਆਂ ਔਰ ਅੱਜ ਦੀ ਸਟੇਜ ਤੱਕ ਦੇਖਿਆ, ਜਾਂ 3 ਸਾਲ ਪਹਿਲਾਂ ਤੱਕ ਦੇਖਿਆ ਕਿ ਉਹ ਮੰਦਿਰ ਸਿਰਫ ਉਸ ਵੇਲੇ ਉਨੀ ਕੀ ਜਗ੍ਹਾ ਸੀ ਔਰ ਅੱਜ ਉੱਥੇ ਪੂਰਾ ਸ਼ਹਿਰ ਵਸਾ ਦਿੱਤਾ ਗਿਆ।
ਮੈਂ ਵੀ ਪਹਿਲੋਂ ਜਦੋਂ ਪਹਿਲੇ ਕਬਜ਼ਾ ਮਿਲਿਆ ਉਦੋਂ ਮੈਂ ਗਿਆ ਸੀਗਾ, ਤਾਂ ਉਦੋਂ ਤਾਂ ਜਿਹੜੇ ਮੇਰੇ ਛੱਪੜ ਸੀਗਾ ਉੱਥੋਂ ਦੀ ਨਹੀਂ ਲੰਘ ਹੁੰਦਾ ਸੀਗਾ। ਕੰਮ ਕਰਨਾ ਤਾਂ ਇੱਕ ਸਾਈਡ ਤੇ, ਬਿਲਡ ਕਰਨਾ ਇੱਕ ਸਾਈਡ ਤੇ, ਉੱਥੇ ਤੁਸੀਂ ਤੁਰ ਕੇ ਨਹੀਂ ਜਾ ਸਕਦੇ ਸੀਗੇ। ਤਾਂ ਉਹਨਾਂ ਨੇ ਜਦੋਂ ਮੰਦਿਰ ਬਣਾਇਆ, ਉਹਨਾਂ ਨੇ ਕੁਛ ਦੂਰ ਦੂਰ ਤੋਂ ਸਮਾਨ ਲਿਆ ਕੇ ਸੇਵਾਦਾਰਾਂ ਨੇ ਉਹ ਬਣਾਇਆ, ਰਾਈਟ। ਤਾਂ ਹੁਣ ਤਾਂ ਤੁਸੀਂ ਦੇਖ ਸਕਦੇ ਆ, ਤੁਸੀਂ ਜਿਹੜੇ ਫਿਲਮਾਂ ਆ ਉਹਦਾ ਦੇਖ ਸਕਦੇ ਆ, ਹੁਣ ਤਾਂ ਕਰੋੜਾਂ ਚ ਉੱਥੇ ਲੱਖਾਂ ਚ ਆਉਂਦੇ ਆ ਉੱਥੇ ਲੋਕ। ਜਿੱਦਣ ਯਾਤਰਾ ਹੁੰਦੀ ਆ, ਜਿੱਦਣ ਗੁਰਪੁਰਬ ਹੁੰਦਾ ਆ ਗੁਰੂ ਰਵਿਦਾਸ ਦਾ, ਉਦੋਂ ਤਾਂ ਬਹੁਤ ਹੁੰਦੇ ਆ। ਐਂਡ ਇਸ ਤੋਂ ਨੈਕਸਟ ਜਿਹੜੀ ਹੁਣ ਬਸ ਉਹ ਆਪਾਂ ਰਵਿਦਾਸੀਆ ਧਰਮ ਬਾਰੇ ਇੱਕ ਗੱਲ ਲਾਸਟ ਤੇ ਜਿਹੜੀ ਹੁਣ ਕਹਿ ਦਈਏ ਕਿ ਜੋ ਇੱਕ ਧਰਮ ਲਈ ਚਾਹੀਦਾ, ਜੋ ਮਟੀਰੀਅਲ ਇੱਕ ਧਰਮ ਨੂੰ ਐਸਟੈਬਲਿਸ਼ ਕਰਨ ਲਈ ਚਾਹੀਦਾ ਜਾਂ ਉਹਨੂੰ ਰਨ ਕਰਨ ਲਈ ਚਾਹੀਦਾ, ਉਹ ਸਾਡੇ ਕੋਲ ਹੁਣ ਹੈਗਾ। ਹਰ ਇੱਕ ਚੀਜ਼ ਸਾਡੇ ਕੋਲ ਹੈਗੀ। ਸਾਡੇ ਕੋਲ ਆਪਣਾ ਨਾਰਾ, ਸਾਡੇ ਕੋਲ ਆਪਣਾ ਨਿਸ਼ਾਨ ਆ, ਸਾਡੇ ਆਪਣੇ ਟੈਂਪਲ ਆ, ਸਾਡੀ ਆਪਣੀ ਰਿਲੀਜੀਅਸ ਬੁੱਕ ਆ, ਔਰ ਸਾਡਾ ਆਪਣਾ ਮੱਕਾ ਜਿਹਨੂੰ ਕਿ ਕਾਂਸ਼ੀ ਬਨਾਰਸ ਕਹਿੰਦੇ। ਔਰ ਹਰ ਚੀਜ਼ ਜਦੋਂ ਹੁਣ ਸਾਡੇ ਕੋਲ ਕੰਪਲੀਟ ਆ, ਔਰ ਸਾਡੇ ਕੋਲ ਇੰਨੀ ਸ਼ਕਤੀ ਵੀ ਹੈਗੀ ਜਾਂ ਇੰਨੀ ਸਾਡੀ ਕੀ ਸੋਚ ਸਮਝ ਵੀ ਹੈਗੀ ਆ ਕਿ ਇਹੀ ਸਾਡਾ ਸਾਰਾ ਕੁਝ ਹੈ। ਹੁਣ ਬਸ ਇੱਕ ਹੰਬਲਾ ਮਾਰਨ ਦੀ ਲੋੜ ਆ ਇਕੱਠੇ ਹੋ ਕੇ, ਹੋਰ ਕੁਝ ਨਹੀਂ। ਇੱਕ ਦਿਲ ਚੋਂ ਡਰ ਕੱਢਣ ਦੀ ਲੋੜ ਆ ਕਿ ਲੋਕ ਸਾਨੂੰ, ਜੇ ਅਸੀਂ ਆਪਣੇ ਆਪ ਨੂੰ ਰਵਿਦਾਸੀਏ ਕਹੀਏ, ਜੇ ਅਸੀਂ ਆਪਣੇ ਆਪ ਨੂੰ ਚਮਾਰ ਕਹੀਏ, ਤਾਂ ਲੋਕੀ ਕੀ ਕਹੂਗੇ। ਮੇਰੇ ਖਿਆਲ ਦੇ ਨਾਲ ਉਸ ਗੱਲ ਨੂੰ ਹੁਣ ਇੱਕ ਪਾਸੇ ਕਰ ਦੇਣਾ ਚਾਹੀਦਾ। ਜੇ ਸਾਨੂੰ ਬਣਾਇਆ ਗਿਆ, ਜੇ ਸਾਨੂੰ ਉਹਨਾਂ ਨੇ ਕਿਹਾ ਆ, ਇਹ ਟਾਈਟਲ ਦਿੱਤਾ ਆ, ਤੇ ਇਸ ਟਾਈਟਲ ਨੂੰ ਅਸੀਂ ਐਕਸੈਪਟ ਕੀਤਾ ਔਰ ਅਸੀਂ ਇਸ ਟਾਈਟਲ ਨੂੰ ਬਰਕਰਾਰ ਰੱਖਣਾ। ਹਾਂਜੀ। ਐਂਡ ਪਹਿਲੇ ਅੰਕਲ ਜੀ ਤੁਸੀਂ ਗੱਲ ਕੀਤੀ ਸੀਗੀ ਕਿ ਰਾਈਟਸ ਦੀ, ਜੋ ਸਾਡੇ ਹੱਕ ਆ, ਹੈ ਨਾ, ਕਿ 1950 ਤੱਕ ਜਦੋਂ ਰਿਪਬਲਿਕ ਬਣੀ ਆ, ਉਦੋਂ ਤੱਕ ਸਾਡੇ ਕੋਲ ਕਿੰਨੇ ਕੁ ਰਾਈਟਸ ਸੀਗੇ। ਤੁਸੀਂ ਗੱਲ ਕੀਤੀ ਆ ਕਿ ਉਸ ਟਾਈਮ ਤੇ ਸਾਡੇ ਕੋਲ ਕੋਈ ਨਹੀਂ ਰਾਈਟਸ ਸੀਗੇ। ਤਾਂ ਉਸ ਤੋਂ ਬਾਅਦ ਮਿਲਣ ਤੋਂ ਤਾਂ ਹੁਣ ਕੀ ਉੱਥੇ ਹੋ ਰਿਹਾ? ਇਹਦੇ ਬਾਰੇ ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਕਿ ਅਗਰ ਬਰੀਕੀ 'ਚ ਦੇਖਿਆ ਜਾਏ, ਵਰਚੁਅਲੀ ਸਾਡੇ ਕੋਲ ਰਾਈਟ ਕੋਈ ਸੀਗਾ ਹੀ ਨਹੀਂ। ਰਾਈਟ ਟੂ ਪ੍ਰਾਪਰਟੀ ਐਗਰੀਕਲਚਰ ਲੈਂਡ ਅਸੀਂ ਨਾਨ ਐਗਰੀਕਲਚਰਸਟ ਦੀ ਲਿਸਟ ਵਿੱਚ ਸ਼੍ਰੇਣੀ 'ਚ ਆਉਂਦੇ ਸੀਗੇ। ਇਸ ਕਰਕੇ ਅਸੀਂ ਜ਼ਮੀਨ ਖਰੀਦ ਨਹੀਂ ਸਕਦੇ। ਜਿਸ ਮਕਾਨ 'ਚ ਅਸੀਂ ਰਹਿੰਦੇ ਸੀਗੇ ਉਹ ਜ਼ਮੀਨ ਸਾਡੀ ਨਹੀਂ ਸੀ ਹੁੰਦੀ। ਕੰਧਾਂ ਕੱਚੀਆਂ ਹੁੰਦੀਆਂ ਸੀਗੀਆਂ, ਉਹ ਹੈਗੀਆਂ ਉੱਪਰਲੇ ਜਿਹੜੀਆਂ ਸ਼ਤੀਰੀ ਵਗੈਰਾ ਮਲਬਾ, ਉਹ ਤੁਸੀਂ ਲਿਜਾ ਸਕਦੇ ਹੋ ਜਿੱਥੇ ਮਰਜ਼ੀ ਚੁੱਕ ਕੇ, ਲੇਕਿਨ ਉਹ ਜ਼ਮੀਨ ਜਾਂ ਦੂਸਰਾ ਉਹਦਾ ਕੋਈ ਰਾਈਟ ਨਹੀਂ ਲੈ ਸਕਦੇ ਸੀਗੇ। ਰਾਈਟ ਟੂ ਐਜੂਕੇਸ਼ਨ, ਸਕੂਲ 'ਚ ਤੁਸੀਂ ਜਾ ਹੀ ਨਹੀਂ ਸਕਦੇ, ਉਹ ਵਰਜਿਤ ਸੀਗਾ। ਤੇ ਇਹ ਦੋ ਤਿੰਨ ਚੀਜ਼ਾਂ ਲਾਜ਼ਮੀ ਹੁੰਦੀਆਂ ਜਿਹਦੇ ਨਾਲ ਆਦਮੀ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਸੂਝ ਆ ਜਾਂਦੀ ਆ, ਜਾਂ ਉਹਦੇ ਥੋੜ੍ਹਾ ਜਿਹਾ ਸਵੈ ਮਾਨਤਾ ਆ ਜਾਂਦੀ ਆ। ਸੋ ਇਹ ਵਰਚੁਅਲੀ ਸਾਡੇ ਕੋਲ ਕੁਛ ਸੀਗਾ ਹੀ ਨਹੀਂ। ਹੁਣ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਉਹ ਉੱਥੇ ਬਨਾਰਸ ਹੁਣ ਮੰਦਿਰ ਬਣ ਗਿਆ। ਅੱਛਾ, ਹੁਣ ਇਹ ਨਿਹਾਇਤ ਜ਼ਰੂਰੀ ਹੈ ਕਿ ਮੱਕਾ ਅਰਬ ਦੇ ਵਿੱਚ ਇੱਕ ਆ, ਤੇ ਉਹ ਸਾਰੇ ਮੁਸਲਮਾਨ, ਬੇਸ਼ੱਕ ਆਸਟ੍ਰੇਲੀਆ 'ਚ, ਕੈਨੇਡਾ 'ਚ, ਯੂਰਪ ਦੇ ਕਿਸੇ ਹਿੱਸੇ 'ਚ, ਹਿੰਦੁਸਤਾਨ 'ਚ, ਪਾਕਿਸਤਾਨ 'ਚ, ਕਿਤੇ ਵੀ ਹੈ, ਲੇਕਿਨ ਉਹਦਾ ਧਰਮ ਹੈਗਾ ਕਿ ਇਹ ਸਾਡਾ ਕਾਮਨ ਸਥਾਨ ਹੈਗਾ ਜਿੱਥੇ ਸਾਡਾ ਗੁਰੂ ਪੈਦਾ ਹੋਇਆ ਸੀਗਾ। ਔਰ ਬਾਣੀ ਦੇ ਵਿੱਚ ਵੀ ਆਉਂਦਾ ਕਿ ਜਿੱਥੇ ਬਾਬਾ ਪੈਰ ਧਰੇ ਉਹ ਜਿਹੜੀ ਜਗ੍ਹਾ ਹੈਗਾ ਪੂਜਾ ਆਸਨ ਸਥਾਪਨ ਹੋਇਆ, ਵੀ ਉਹ ਵਰਸ਼ਿਪਿੰਗ ਲਾਈਕ ਪਲੇਸ ਬਣ ਗਈ ਜਿੱਥੇ ਬਾਬੇ ਨੇ ਪੈਰ ਧਰਿਆ। ਸੋ ਇਸ ਕਰਕੇ ਇਸ ਗੱਲ ਤੇ ਆਧਾਰਿਤ ਸਾਡੇ ਬਾਬੇ ਨੇ ਉੱਥੇ ਪੈਰ ਧਰਿਆ ਸੀਗਾ ਬਨਾਰਸ ਦੇ ਵਿੱਚ। ਪ੍ਰਚਾਰ ਉਹਨੇ ਵੀ ਸਾਰੇ ਪਾਸੇ ਕੀਤਾ, ਫਿਰ ਤੁਰ ਕੇ ਵੀ ਕੀਤਾ, ਤੇ ਇਸ ਕਰਕੇ ਉਹ ਜਗ੍ਹਾ ਨੂੰ ਆਪਣਾ ਮੱਕਾ ਔਰ ਪੂਜਨਯੋਗ ਜਗ੍ਹਾ ਸਮਝ ਕੇ ਸਾਡਾ ਇਹ ਫਰਜ਼ ਬਣਦਾ ਕਿ ਮਰਨ ਤੋਂ ਪਹਿਲੇ ਇੱਕ ਵਾਰੀ ਤੁਸੀਂ ਜ਼ਰੂਰ ਉੱਥੇ ਮੱਥਾ ਟੇਕ ਕੇ ਆਓ। ਇਹਦੇ ਨਾਲ ਇਹ ਨਹੀਂ ਕਿ ਉਹ ਮੰਦਿਰ ਨੂੰ ਜਾਂ ਬਨਾਰਸ ਨੂੰ ਕੋਈ ਤਸੱਲੀ ਹੋਏਗੀ, ਇਹਦੇ ਨਾਲ ਇਹ ਕਿ ਸਾਡੇ ਮਨ ਨੂੰ ਇੱਕ ਤਸੱਲੀ ਹੋਏਗੀ ਕਿ ਅਸੀਂ ਆਪਣੇ ਉੱਥੇ ਆਪਣੇ ਮਹਾਂਪੁਰਸ਼ਾਂ ਦੀ ਉਸ ਧਰਤੀ ਨੂੰ ਨਮਸਕਾਰ ਕਰਕੇ ਆਏ ਹੈਗੇ ਆ। ਸੋ ਇਸ ਕਰਕੇ ਇਹ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈਗਾ, ਔਰ ਇਹ ਯੂਨੀਫਾਈਂਗ ਫੈਕਟਰ ਹੈਗਾ। ਉੱਥੇ ਜਾ ਕੇ ਅਸੀਂ ਆਪਸ 'ਚ ਇਕੱਠੇ ਹੋ ਕੇ ਤੁਰਾਂਗੇ।
ਅੱਛਾ, ਥੈਂਕ ਯੂ ਅੰਕਲ ਜੀ। ਹੁਣ ਸਾਡਾ ਪ੍ਰੋਗਰਾਮ ਇੱਥੇ ਖਤਮ ਹੁੰਦਾ। ਇੱਕ ਮੈਸੇਜ ਹੈ, ਇੱਕ ਮੀਟਿੰਗ ਹੈ ਸ਼੍ਰੀ ਗੁਰੂ ਰਵਿਦਾਸ ਸਭਾ ਸੁਪਰੀਮ ਕਾਉਂਸਲ ਇਟਲੀ ਤੋਂ ਜੋ 10 ਤਰੀਕ ਨੂੰ ਕਰ ਰਹੇ ਆ ਫਰੈਂਡਸ ਹੈ। ਉਹਦੇ ਵਿੱਚ ਜੋ ਏਜੰਡਾ ਹੈ ਉਹ ਰਵਿਦਾਸੀਆ ਕੌਮ, ਅੰਮ੍ਰਿਤ ਬਾਣੀ ਔਰ ਮੀਡੀਆ ਆ। ਐਂਡ ਸਾਰਿਆਂ ਨੂੰ ਜੋ ਜਾਣਾ ਚਾਹੁੰਦਾ ਉੱਥੇ ਦੇ ਜੋ ਪ੍ਰੈਜ਼ੀਡੈਂਟ ਹੈ ਸੁਪਰੀਮ ਕਾਉਂਸਲ ਦੇ, ਉਹਨਾਂ ਨੂੰ ਕੰਟੈਕਟ ਕਰਕੇ ਪੁੱਛ ਸਕਦੇ ਕਿ ਕਿੱਥੇ ਪ੍ਰੋਗਰਾਮ ਹੋਊਗਾ। ਤਾਂ ਉਸ ਤੋਂ ਇਲਾਵਾ ਹੁਣ ਸਾਡੇ ਤੋਂ ਗੁੱਡ ਬਾਏ ਆ। ਜੈ ਗੁਰਦੇਵ, ਧੰਨ ਗੁਰਦੇਵ, ਜੈ ਗੁਰਦੇਵ।